ਪ੍ਰੇਮ ਚੰਦ ਦੀਆਂ 94ਵੀਆਂ ਕਹਾਣੀਆਂ ਦੀ ਅਗਲੀ ਕਹਾਣੀ ਹੈ ਵਫਾ ਦਾ ਖੰਜਰ। ਜੈਗੜ੍ਹ ਤੇ ਵਿਜੇਗੜ੍ਹ ਦੋ ਬਹੁਤ ਹੀ ਹਰੇ ਭਰੇ ਸੱਭਿਅਕ ਦੂਰ ਦੂਰ ਤੱਕ ਫੈਲੇ ਹੋਏ ਮਜ਼ਬੂਤ ਰਾਜ ਸਨ। ਦੋਵਾਂ 'ਚ ਹੀ ਵਿੱਦਿਆ ਤੇ ਕਲਾ ਕਾਫੀ ਚੜ੍ਹਤ ਤੇ ਸੀ। ਦੋਵਾਂ ਦਾ ਧਰਮ ਇੱਕ, ਰਹਿਣ ਸਹਿਣ ਇੱਕ, ਰਸਮ ਰਿਵਾਜ਼ ਇੱਕ, ਦਰਸ਼ਨ ਇੱਕ, ਤਰੱਕੀ ਦਾ ਅਸੂਲ ਇੱਕ, ਜ਼ਿੰਦਗੀ ਦਾ ਮਾਪਦੰਡ ਤੇ ਜ਼ਬਾਨ 'ਚ ਵੀ ਨਾ ਮਾਤਰ ਦਾ ਹੀ ਫਰਕ ਸੀ। ਜੈਗੜ੍ਹ ਦੇ ਕਵੀਆਂ ਦੀਆਂ ਕਵਿਤਾਵਾਂ ਤੇ ਵਿਜੇਗੜ੍ਹ ਵਾਲੇ ਵਾਹਵਾ ਕਰਦੇ ਤੇ ਵਿਜੇਗੜ੍ਹੀ ਦਾਰਸ਼ਨਿਕਾਂ ਦੇ ਵਿਚਾਰ ਜੈਗੜ੍ਹ ਲਈ ਧਰਮਵਾਰਾਂ ਸਨ। ਜੈਗੜ੍ਹੀ ਸੁੰਦਰੀਆਂ ਨਾਲ ਵਿਜੇਗੜ੍ਹ ਦੇ ਘਰ-ਬਾਰ ਰੌਸ਼ਨ ਹੁੰਦੇ ਸਨ ਤੇ ਵਿਜੇਗੜ੍ਹ ਦੀਆਂ ਦੇਵੀਆਂ ਜੈਗੜ੍ਹ ਜਾਂਦੀਆਂ ਸਨ। ਫਿਰ ਵੀ ਦੋਵਾਂ ਰਾਜਾਂ 'ਚ ਹਮੇਸ਼ਾ ਤਣੀ ਰਹਿੰਦੀ ਸੀ। ਤਣੀ ਹੀ ਨਹੀਂ ਸੀ ਰਹਿੰਦੀ, ਸਗੋਂ ਆਪਣੀ ਫੁੱਟ ਤੇ ਈਰਖਾ ਸਾੜੇ ਦਾ ਬਾਜ਼ਾਰ ਬੜਾ ਗਰਮ ਰਹਿੰਦਾ। ਦੋਵੇਂ ਹਮੇਸ਼ਾ ਇੱਕ ਦੂਜੇ ਦੇ ਵਿਰੁੱਧ ਖੰਜਰ ਚੁੱਕੀ ਰੱਖਦੇ ਸਨ। ਜੈਗੜ੍ਹ 'ਚ ਜੇ ਕੋਈ ਦੇਸ਼ ਦਾ ਸੁਧਾਰ ਕੀਤਾ ਜਾਂਦਾ ਤਾਂ ਵਿਜੇਗੜ੍ਹ 'ਚ ਰੌਲਾ ਪੈ ਜਾਂਦਾ ਕਿ ਸਾਡੀ ਜ਼ਿੰਦਗੀ ਖਤਰੇ ਵਿੱਚ ਹੈ। ਇਸੇ ਤਰ੍ਹਾਂ ਵਿਜੇਗੜ੍ਹ 'ਚ ਕੋਈ ਵਪਾਰਕ ਤਰੱਕੀ ਦਿਖਾਈ ਦਿੰਦੀ ਤਾਂ ਜੈਗੜ੍ਹ 'ਚ ਰੌਲਾ ਪੈ ਜਾਂਦਾ ਸੀ। ਜੈਗੜ੍ਹ ਜੇ ਰੇਲਵੇ ਦੀ ਕੋਈ ਨਵੀਂ ਲਾਈਨ ਕੱਢਦਾ ਤਾਂ ਵਿਜੇਗੜ੍ਹ ਉਹਨੂੰ ਆਪਣੇ ਲਈ ਕਾਲਾ ਸੱਪ ਸਮਝਦਾ ਤੇ ਵਿਜੇਗੜ੍ਹ 'ਚ ਕੋਈ ਨਵਾਂ ਜਹਾਜ਼ ਤਿਆਰ ਹੁੰਦਾ ਜਿਹੜਾ ਜੈਗੜ੍ਹ ਨੂੰ ਲਹੂ ਪੀਣ ਵਾਲੀ ਘੜਿਆਲ ਨਜ਼ਰ ਆਉਂਦਾ ਸੀ। ਜੇ ਇਹ ਭੈੜਾਂ ਅਨਪੜ੍ਹਾਂ ਜਾਂ ਆਮ ਲੋਕਾਂ 'ਚ ਪੈਦਾ ਹੁੰਦੀਆਂ ਤਾਂ ਗੱਲ ਵੱਖਰੀ ਸੀ। ਮਜ਼ੇ ਦੀ ਗੱਲ ਇਹ ਸੀ ਕਿ ਸਾੜਾ, ਈਰਖਾ, ਵਿੱਦਿਆ ਤੇ ਜਾਗਰਤੀ, ਸ਼ਾਨੋ ਸ਼ੌਕਤ ਤੇ ਪ੍ਰਤਾਪ ਦੀ ਧਰਤੀ 'ਚ ਪੈਦਾ ਹੁੰਦਾ ਸੀ। ਅਨਪੜ੍ਹਤਾ ਤੇ ਖੜੋਤ ਦੀ ਜ਼ਮੀਨ ਉਹਨਾਂ ਲਈ ਠੀਕ ਨਹੀਂ ਸੀ। ਖਾਸ ਸੋਚ ਵਿਚਾਰ ਤੇ ਨਿਯਮ ਵਿਵਸਥਾ ਦੇ ਉਪਜਾਊ ਖੇਤਰ ਵਿੱਚ ਤਾਂ ਇਹ ਬੀਜ ਦਾ ਪੱਲਰਨਾ ਸੋਚ ਦੀ ਸ਼ਕਤੀ ਨੂੰ ਵੀ ਮਾਤ ਕਰ ਜਾਂਦਾ ਸੀ। ਨਿੱਕਾ ਜਿਹਾ ਬੀਜ ਪਲਕ ਝਪਕਦਿਆਂ ਪੂਰਾ ਉੱਚਾ ਦਰਖਤ ਬਣ ਜਾਂਦਾ। ਗਲੀਆਂ ਤੇ ਬਾਜ਼ਾਰਾਂ 'ਚ ਰੋਣ ਪਿੱਟਣ ਦੀਆਂ ਆਵਾਜ਼ਾਂ ਗੂੰਜਣ ਲੱਗਦੀਆਂ। ਦੇਸ਼ ਦੇ ਜਲਸਿਆਂ 'ਚ ਭੂਚਾਲ ਜਿਹਾ ਆ ਜਾਂਦਾ। ਅਖਬਾਰਾਂ ਦੇ ਦਿਲ ਸਾੜਨ ਵਾਲੇ ਸ਼ਬਦ ਰਾਤ 'ਚ ਹਲਚਲ ਮਚਾ ਦਿੰਦੇ। ਕਿਤਿਓਂ ਆਵਾਜ਼ ਆ ਜਾਂਦੀ, ਜੈਗੜ੍ਹ, ਪਿਆਰੇ ਜੈਗੜ੍ਹ, ਪਵਿੱਤਰ ਜੈਗੜ੍ਹ ਲਈ ਇਹ ਕਠਨ ਪ੍ਰੀਖਿਆ ਦਾ ਮੌਕਾ ਹੈ। ਦੁਸ਼ਮਣ ਨੇ ਜੋ ਸਿੱਖਿਆ ਦਾ ਢਾਂਚਾ ਤਿਆਰ ਕੀਤਾ ਹੈ ਉਹ ਸਾਡੇ ਲਈ ਮੌਤ ਦਾ ਸੰਦੇਸ਼ ਹੈ। ਹੁਣ ਲੋੜ ਤੇ ਬਹੁਤ ਸਖਤ ਲੋੜ ਹੈ ਕਿ ਅਸੀਂ ਹਿੰਮਤ ਰੱਖੀਏ ਤੇ ਸਾਬਤ ਕਰ ਦੇਈਏ ਕਿ ਜੈਗੜ੍ਹ, ਅਮਰ ਜੈਗੜ੍ਹ ਇਹਨਾਂ ਹਮਲਿਆਂ ਤੋਂ ਆਪਣੀ ਰੱਖਿਆ ਕਰ ਸਕਦਾ ਹੈ, ਨਹੀਂ ਤਾਂ ਉਹਨਾਂ ਦਾ ਮੂੰਹ ਤੋੜ ਜਵਾਬ ਦੇ ਸਕਦਾ ਹੈ। ਜੇ ਅਸੀਂ ਇਸ ਵੇਲੇ ਨਾ ਜਾਗੇ ਤਾਂ ਜੈਗੜ੍ਹ, ਪਿਆਰਾ ਜੈਗੜ੍ਹ ਹਸਤੀ ਦੇ ਪਰਦੇ ਤੋਂ ਹਮੇਸ਼ਾ ਲਈ ਗਾਇਬ ਹੋ ਜਾਏਗਾ ਤੇ ਇਤਿਹਾਸ ਉਹਨੂੰ ਭੁਲਾ ਦੇਏਗਾ। ਦੂਜੇ ਪਾਸਿਓਂ ਆਵਾਜ਼ ਆਉਂਦੀ, ਵਿਜੇਗੜ੍ਹ ਦੇ ਬੇਖਬਰ ਸੌਣ ਵਾਲਿਓ, ਸਾਡੇ ਮਿਹਰਬਾਨ ਗੁਆਂਢੀਆਂ ਨੇ ਸਾਡੀ ਜ਼ੁਬਾਨ ਬੰਦ ਕਰਨ ਲਈ ਜੋ ਨਵੇਂ ਕਾਇਦੇ ਕਾਨੂੰਨ ਲਾਗੂ ਕੀਤੇ ਹਨ ਉਹਨਾਂ ਤੇ ਨਾਰਾਜ਼ਗੀ ਦਾ ਪ੍ਰਗਟਾਵਾ ਕਰਨਾ ਸਾਡਾ ਫਰਜ਼ ਹੈ। ਉਹਨਾਂ ਦਾ ਇਰਾਦਾ ਇਸ ਦੇ ਇਲਾਵਾ ਹੋਰ ਕੁਝ ਨਹੀਂ ਕਿ ਉੱਥੋਂ ਦੇ ਮਾਮਲਿਆਂ ਤੋਂ ਸਾਨੂੰ ਬੇਖਬਰ ਰੱਖਿਆ ਜਾਏ ਤੇ ਇਸ ਹਨੇਰੇ ਦੇ ਪਰਦੇ 'ਚ ਸਾਡੇ ਉੱਤੇ ਹਮਲੇ ਕੀਤੇ ਜਾਣ। ਸਾਡੇ ਗਲਾਂ ਤੇ ਚਲਾਉਣ ਲਈ ਨਵੇਂ ਹਥਿਆਰ ਤਿਆਰ ਕੀਤੇ ਜਾਣ ਤੇ ਆਖਰ ਸਾਡਾ ਨਾਂ ਨਿਸ਼ਾਨ ਮਿਟਾ ਦਿੱਤਾ ਜਾਏ। ਆਖਰ ਸਾਡਾ ਨਾਂ ਨਿਸ਼ਾਨ ਮਿਟਾ ਹੀ ਦਿੱਤਾ ਜਾਏਗਾ। ਅਸੀਂ ਆਪਣੇ ਦੋਸਤਾਂ ਨੂੰ ਦੱਸ ਦੇਣਾ ਆਪਣਾ ਫਰਜ਼ ਸਮਝਦੇ ਹਾਂ ਕਿ ਜੇ ਸ਼ਰਾਰਤ ਦੇ ਹਥਿਆਰਾਂ ਦੀ ਇਜਾਦ 'ਚ ਕਮਾਲ ਹੈ ਤੇ ਸਾਨੂੰ ਵੀ ਉਹਨਾਂ ਦੀ ਕਾਟ ਕਰਨ 'ਚ ਕਮਾਲ ਹਾਸਲ ਹੈ। ਜੇ ਸ਼ੈਤਾਨ ਉਹਨਾਂ ਦਾ ਮਦਦਗਾਰ ਹੈ ਤਾਂ ਸਾਨੂੰ ਰੱਬ ਦੀ ਸਹਾਇਤਾ ਪ੍ਰਾਪਤ ਹੈ। ਤੇ ਜੇ ਹੁਣ ਤੱਕ ਸਾਡੇ ਦੋਸਤਾਂ ਨੂੰ ਪਤਾ ਨਹੀਂ ਤਾਂ ਹੁਣ ਹੋਣਾ ਚਾਹੀਦਾ ਹੈ ਕਿ ਰੱਬ ਦੀ ਸਹਾਇਤਾ ਹਮੇਸ਼ਾ ਸ਼ੈਤਾਨ ਨੂੰ ਦਬਾ ਦਿੰਦੀ ਹੈ। ਦੂਸਰਾ ਭਾਗ। ਜੈਗੜ੍ਹ ਕਲਾ ਦੇ ਬੜੇ ਕਮਾਲ ਮਾਹਿਰਾਂ ਦਾ ਅਖਾੜਾ ਸੀ। ਸ਼ੀਰੀ ਬਾਈ ਇਸ ਅਖਾੜੇ ਦੀ ਸਬਜ਼ ਪਰੀ ਸੀ। ਉਹਦੀ ਕਲਾ ਦੀ ਦੂਰ ਦੂਰ ਤਾਈਂ ਪ੍ਰਸਿੱਧੀ ਸੀ। ਉਹ ਸੰਗੀਤ ਦੀ ਰਾਣੀ ਸੀ ਜਿਹਦੀ ਡਿਊਟੀ ਤੇ ਵੱਡੇ ਵੱਡੇ ਨਾਮੀ ਲੋਕ ਆ ਕੇ ਸਿਰ ਝੁਕਾਉਂਦੇ ਸਨ। ਚਾਰੋਂ ਪਾਸੇ ਜਿੱਤ ਦਾ ਡੰਕਾ ਵਜਾ ਕੇ ਉਹਨੇ ਵਿਜੇਗੜ੍ਹ ਵੱਲ ਚਾਲੇ ਪਾਏ ਜਿੱਥੋਂ ਹੁਣ ਤੱਕ ਉਹਨੂੰ ਆਪਣੀ ਪ੍ਰਸ਼ੰਸਾ ਦਾ ਟੈਕਸ ਨਹੀਂ ਮਿਲਿਆ ਸੀ। ਉਹਦੇ ਆਉਂਦਿਆਂ ਹੀ ਵਿਜੇਗੜ੍ਹ 'ਚ ਇਨਕਲਾਬ ਜਿਹਾ ਆ ਗਿਆ। ਸਾੜੇ ਤੇ ਈਰਖਾ ਤੇ ਫਜ਼ੂਲ ਹੰਕਾਰ ਹਵਾ ਨਾਲ ਉੱਡਣ ਵਾਲੇ ਸੁੱਕੇ ਪੱਤਿਆਂ ਵਾਂਗ ਗਾਇਬ ਹੋ ਗਏ। ਸੁੰਦਰਤਾ ਤੇ ਰਾਗ ਰੰਗ ਦੇ ਬਾਜ਼ਾਰ 'ਚ ਧੂੜ ਉੱਡਣ ਲੱਗੀ। ਥੀਏਟਰ ਤੇ ਨ੍ਰਿਤਸ਼ਾਲਾਵਾਂ 'ਚ ਉੱਲੂ ਬੋਲਣ ਲੱਗੇ। ਇੰਝ ਜਾਪਦਾ ਸੀ ਕਿ ਜਿਵੇਂ ਸਾਰੀ ਸ੍ਰਿਸ਼ਟੀ ਤੇ ਜਾਦੂ ਜਿਹਾ ਛਾ ਗਿਆ ਹੈ। ਸ਼ਾਮ ਹੁੰਦਿਆਂ ਹੀ ਵਿਜੇਗੜ੍ਹ ਦੇ ਸਾਰੇ ਧਨੀ, ਜਵਾਨ, ਬੁੱਢੇ ਸ਼ੀਰੀ ਬਾਈ ਦੀ ਮਜਲਿਸ ਵੱਲ ਦੌੜ ਪੈਂਦੇ। ਸਾਰਾ ਦੇਸ਼ ਸ਼ੀਰੀ ਦੀ ਭਗਤੀ ਦੇ ਨਸ਼ੇ 'ਚ ਡੁੱਬ ਗਿਆ। ਵਿਜੇਗੜ੍ਹ ਦੇ ਚੇਤਨ ਖੇਤਰਾਂ 'ਚ ਦੇਸ਼ ਵਾਸੀਆਂ ਦੇ ਇਸ ਪਾਗਲਪਣ ਨਾਲ ਇੱਕ ਬੇਚੈਨੀ ਪੈਦਾ ਹੋ ਗਈ।
ਸਿਰਫ ਇਹ ਨਹੀਂ ਕਿ ਉਹਨਾਂ ਦੇ ਦੇਸ਼ ਦੀ ਦੌਲਤ ਬਰਬਾਦ ਹੋ ਰਹੀ ਸੀ, ਸਗੋਂ ਉਹਨਾਂ ਦਾ ਰਾਸ਼ਟਰੀ ਸਵੈਮਾਨ ਤੇ ਤੇਜ ਵੀ ਧੂੜ 'ਚ ਮਿਲਦਾ ਜਾਂਦਾ ਸੀ। ਜੈਗੜ੍ਹ ਦੀ ਇੱਕ ਮਾਮੂਲੀ ਨਾਚੀ, ਬੇਸ਼ੱਕ ਉਹ ਕਿੰਨੀਆਂ ਹੀ ਮਿੱਠੀਆਂ ਅਦਾਵਾਂ ਵਾਲੀ ਕਿਉਂ ਨਾ ਹੋਵੇ, ਵਿਜੇਗੜ੍ਹ ਦੇ ਮਨੋਰੰਜਨ ਦਾ ਕੇਂਦਰ ਬਣ ਜਾਏ, ਇਹ ਸਰਾਸਰ ਨਿਆਂ ਸੀ। ਆਪਸ 'ਚ ਸਿਰ ਜੁੜ ਗਏ, ਮਸ਼ਵਰੇ ਹੋਏ ਤੇ ਦੇਸ਼ ਦੇ ਪੁਰੋਤਾਂ ਵੱਲੋਂ ਦੇਸ਼ ਦੇ ਮੰਤਰੀਆਂ ਦੀ ਸੇਵਾ 'ਚ ਇੱਕ ਖਾਸ ਮੰਤਵ ਨਾਲ ਇੱਕ ਸ਼ਿਸ਼ਟ ਮੰਡਲ ਹਾਜ਼ਰ ਹੋਇਆ। ਵਿਜੇਗੜ੍ਹ ਦੇ ਮਨੋਰੰਜਨ ਕਰਨ ਵਾਲਿਆਂ ਵੱਲੋਂ ਵੀ ਮੰਗ ਪੱਤਰ ਪੇਸ਼ ਹੋਣ ਲੱਗੇ। ਅਖਬਾਰਾਂ ਨੇ ਰਾਸ਼ਟਰੀ ਅਪਮਾਨ ਤੇ ਬਦਕਿਸਮਤੀ ਦੇ ਤਰਾਨੇ ਛੇੜ ਦਿੱਤੇ। ਸਧਾਰਨ ਲੋਕਾਂ ਦੇ ਹਲਕਿਆਂ 'ਚ ਸਵਾਲਾਂ ਦੀ ਬਾਰਿਸ਼ ਹੋਣ ਲੱਗੀ। ਇੱਥੋਂ ਤੱਕ ਕਿ ਵਜ਼ੀਰ ਤੱਕ ਮਜਬੂਰ ਹੋ ਗਏ। ਸ਼ੀਰੀ ਬਾਈ ਦੇ ਨਾਂ ਸ਼ਾਹੀ ਫਰਮਾਨ ਪਹੁੰਚਿਆ, ਕਿਉਂਕਿ ਤੇਰੇ ਰਹਿਣ ਨਾਲ ਦੇਸ਼ 'ਚ ਦੰਗੇ ਹੋਣ ਦਾ ਡਰ ਹੈ, ਇਸ ਲਈ ਤੂੰ ਫੌਰਨ ਵਿਜੇਗੜ੍ਹ 'ਚੋਂ ਨਿਕਲ ਜਾ। ਪਰ ਇਹ ਹੁਕਮ ਕੌਮਾਂਤਰੀ ਸਬੰਧਾਂ, ਆਪਸੀ ਇਕਰਾਰਨਾਮੇ ਤੇ ਸੱਭਿਅਤਾ ਦੇ ਨਿਯਮਾਂ ਦੇ ਬਿਲਕੁਲ ਖਿਲਾਫ ਸੀ। ਜੈਗੜ੍ਹ ਦੇ ਰਾਜਦੂਤ ਨੇ, ਜੋ ਵਿਜੇਗੜ੍ਹ 'ਚ ਨਿਯੁਕਤ ਸੀ, ਇਸ ਹੁਕਮ ਤੇ ਇਤਰਾਜ਼ ਜਤਾਇਆ ਤੇ ਸ਼ੀਰੀ ਬਾਈ ਨੇ ਆਖਰਕਾਰ ਉਹਨਾਂ ਨੂੰ ਮੰਨਣ ਤੋਂ ਇਨਕਾਰ ਕੀਤਾ, ਕਿਉਂਕਿ ਇਸ ਨਾਲ ਉਸਦੀ ਆਜ਼ਾਦੀ ਤੇ ਸਵੈਮਾਨ ਤੇ ਉਹਦੇ ਦੇਸ਼ ਦੇ ਅਧਿਕਾਰਾਂ ਤੇ ਖੁਦਦਾਰੀ ਤੇ ਸੱਟ ਵੱਜਦੀ ਸੀ। ਤੀਸਰਾ ਭਾਗ। ਜੈਗੜ੍ਹ ਦੀਆਂ ਗਲੀਆਂ ਤੇ ਬਾਜ਼ਾਰਾਂ 'ਚ ਸੁੰਨਮਸਾਨ ਸੀ। ਘੁੰਮਣ ਫਿਰਨ ਵਾਲੀਆਂ ਥਾਵਾਂ ਭਾਂ ਕਰਦੀਆਂ ਸਨ। ਸੈਰ ਸਪਾਟਾ ਤੇ ਤਮਾਸ਼ੇ ਬੰਦ। ਸ਼ਾਹੀ ਮਹਿਲ ਦੇ ਲੰਬੇ ਚੌੜੇ ਦਲਾਨ ਤੇ ਜਨਤਾ ਦੇ ਹਰੇ ਭਰੇ ਮੈਦਾਨਾਂ 'ਚ ਆਦਮੀਆਂ ਦੀ ਭੀੜ ਸੀ, ਪਰ ਉਹਨਾਂ ਦੀਆਂ ਜ਼ੁਬਾਨਾਂ ਬੰਦ ਸਨ ਤੇ ਅੱਖਾਂ ਲਾਲ। ਚਿਹਰੇ ਦੇ ਹਾਵ ਭਾਵ ਕਠੋਰ ਤੇ ਦੁਖੀ ਤਿਊੜੀਆਂ ਵਾਲੇ ਮੱਥੇ ਜਿਵੇਂ ਕਾਲੀ ਘਟਾ ਚੜੀ ਹੋਵੇ, ਡਰਾਉਣੀ, ਚੁੱਪ ਤੇ ਹੜ ਨੂੰ ਜਿਵੇਂ ਆਪਣੇ ਅੰਦਰ ਲੁਕਾਈ ਬੈਠੀ ਹੋਵੇ। ਪਰ ਆਮ ਲੋਕਾਂ 'ਚ ਇੱਕ ਵੱਡਾ ਹੰਗਾਮਾ ਮਚਿਆ ਹੋਇਆ ਸੀ। ਕੋਈ ਸੁਲ੍ਹਾ ਕਰਨ ਦਾ ਹਾਮੀ ਸੀ, ਕੋਈ ਲੜਾਈ ਦੀ ਮੰਗ ਕਰਦਾ ਸੀ, ਕੋਈ ਸਮਝੌਤੇ ਦੀ ਸਲਾਹ ਦਿੰਦਾ, ਕੋਈ ਕਹਿੰਦਾ ਸੀ ਕਿ ਛਾਣਬੀਣ ਕਰਨ ਲਈ ਕਮਿਸ਼ਨ ਬਿਠਾਓ। ਮਾਮਲਾ ਨਾਜ਼ੁਕ ਸੀ, ਮੌਕਾ ਪੇਚੀਦਾ, ਤਾਂ ਵੀ ਆਪਸੀ ਬਹਿਸਬਾਜ਼ੀਆਂ, ਕੌੜੀਆਂ ਗੱਲਾਂ ਤੇ ਇੱਕ ਦੂਜੇ ਦੇ ਹਮਲਿਆਂ ਦਾ ਬਾਜ਼ਾਰ ਗਰਮ ਸੀ। ਅੱਧੀ ਰਾਤ ਬੀਤ ਗਈ, ਪਰ ਕੋਈ ਫੈਸਲਾ ਨਾ ਹੋ ਸਕਿਆ। ਮਾਇਆ ਦੀ ਤਾਕਤ, ਉਹਦੀ ਪਹੁੰਚ ਤੇ ਰੋਹਬ ਨੇ ਫੈਸਲੇ ਦੀ ਜ਼ੁਬਾਨ ਬੰਦ ਕੀਤੀ ਹੋਈ ਸੀ। 3 ਪਹਿਰ ਬੀਤ ਚੁੱਕੇ ਸੀ। ਹਵਾ ਨੀਂਦ ਨਾਲ ਮਤਵਾਲੀ ਹੋ ਕੇ ਅੰਗੜਾਈਆਂ ਲੈ ਰਹੀ ਸੀ ਤੇ ਦਰਖਤਾਂ ਦੇ ਪੱਤੇ ਸਾਂ ਕਰ ਰਹੇ ਸਨ। ਆਕਾਸ਼ ਦੇ ਤਾਰੇ ਵੀ ਟਿਮਕਣ ਲੱਗੇ ਸਨ। ਦਰਬਾਰੀ ਕਦੇ ਕੰਧਾਂ ਵੱਲ ਝਾਕਦੇ, ਕਦੇ ਛੱਤ ਵੱਲ, ਪਰ ਕੋਈ ਹੱਲ ਨਹੀਂ ਸੀ ਲੱਭਦਾ। ਅਚਾਨਕ ਬਾਹਰੋਂ ਆਵਾਜ਼ ਆਈ, ਯੁੱਧ, ਯੁੱਧ। ਸਾਰਾ ਸ਼ਹਿਰ ਇਸ ਬੁਲੰਦ ਨਾਅਰੇ ਨਾਲ ਗੂੰਜ ਉੱਠਿਆ। ਕੰਧਾਂ ਨੇ ਆਪਣੀ ਖਾਮੋਸ਼ ਜ਼ੁਬਾਨ ਨਾਲ ਉੱਤਰ ਦਿੱਤਾ, ਯੁੱਧ, ਯੁੱਧ। ਇਹ ਨਾ ਦਿਖਾਈ ਦੇਣ ਵਾਲੀ ਇੱਕ ਪੁਕਾਰ ਸੀ, ਜਿਹਨੇ ਉਸ ਖੜੋਤ 'ਚ ਹਰਕਤ ਪੈਦਾ ਕਰ ਦਿੱਤੀ ਸੀ। ਹੁਣ ਠਹਿਰੀਆਂ ਹੋਈਆਂ ਚੀਜ਼ਾਂ 'ਚ ਖਲਬਲੀ ਪੈਦਾ ਹੋ ਗਈ। ਦਰਬਾਰੀ ਗਫਲਤ ਦੀ ਨੀਂਦ 'ਚ ਉੱਠ ਠੰਬਰ ਕੇ ਜਾਗੇ, ਜਿਵੇਂ ਕੋਈ ਭੁੱਲੀ ਹੋਈ ਗੱਲ ਚੇਤੇ ਆਉਂਦਿਆਂ ਹੀ ਉੱਛਲ ਪਏ। ਯੁੱਧ ਮੰਤਰੀ ਸੈਯਦ ਅਸਕਰੀ ਨੇ ਫਰਮਾਇਆ ਕਿ ਹੁਣ ਵੀ ਲੋਕਾਂ ਦੀ ਲੜਾਈ ਦਾ ਐਲਾਨ ਕਰਨ 'ਚ ਝਿਜਕ ਹੈ। ਸਾਡੇ ਲੋਕਾਂ ਦੀ ਜ਼ੁਬਾਨ ਖੁਦਾ ਦਾ ਹੁਕਮ ਹੈ ਤੇ ਉਹਦੀ ਪੁਕਾਰ ਹੁਣ ਤੁਹਾਡੇ ਕੰਨਾਂ 'ਚ ਆਈ। ਉਹਨੂੰ ਪੂਰਾ ਕਰਨਾ ਸਾਡਾ ਫਰਜ਼ ਹੈ। ਅਸੀਂ ਅੱਜ ਇਸ ਲੰਬੀ ਮੀਟਿੰਗ 'ਚ ਇਹ ਸਾਬਤ ਕੀਤਾ ਹੈ ਕਿ ਅਸੀਂ ਜ਼ੁਬਾਨ ਦੇ ਧਨੀ ਹਾਂ, ਪਰ ਜ਼ੁਬਾਨ ਤਲਵਾਰ ਹੈ, ਢਾਲ ਨਹੀਂ ਹੈ। ਸਾਨੂੰ ਇਸੇ ਵੇਲੇ ਢਾਲ ਦੀ ਲੋੜ ਹੈ। ਆਓ ਅਸੀਂ ਆਪਣੀਆਂ ਛਾਤੀਆਂ ਨੂੰ ਢਾਲ ਬਣਾ ਦਈਏ ਤੇ ਸਾਬਤ ਕਰ ਦਈਏ ਕਿ ਸਾਡੇ ਅੰਦਰ ਅਜੇ ਉਹ ਦਮ-ਖਮ ਬਾਕੀ ਹੈ, ਜਿਹਨੇ ਸਾਡੇ ਬਜ਼ੁਰਗਾਂ ਦਾ ਨਾਂ ਰੋਸ਼ਨ ਕੀਤਾ। ਕੌਮੀ ਗੈਰਤ ਜ਼ਿੰਦਗੀ ਦੀ ਰੂਹ ਹੁੰਦੀ ਹੈ। ਉਹ ਨਫੇ ਨੁਕਸਾਨ ਤੋਂ ਉੱਪਰ ਹੈ। ਉਹ ਹੁੰਡੀ, ਰੋਕੜ, ਵਸੂਲੀ ਤੇ ਬਾਕੀ ਤੇਜ਼ੀ ਤੇ ਮੰਦੀ ਦੀਆਂ ਵਲਗਣਾਂ ਤੋਂ ਆਜ਼ਾਦ ਹੈ। ਸਾਰੀਆਂ ਖਾਨਾਂ ਦੀ ਲੁਕੀ ਹੋਈ ਦੌਲਤ, ਸਾਰੀ ਦੁਨੀਆ ਦੀਆਂ ਮੰਡੀਆਂ, ਸਾਰੀ ਦੁਨੀਆ ਦੇ ਉਦਯੋਗ, ਕਾਰੋਬਾਰ ਉਸਦੇ ਪਾਸਕੂ ਹਨ। ਉਹਨੂੰ ਬਚਾਓ, ਨਹੀਂ ਤਾਂ ਤੁਹਾਡਾ ਇਹ ਸਾਰਾ ਨਿਜ਼ਾਮ ਖਿੰਡਰ ਜਾਏਗਾ। ਸਭ ਕੁਝ ਖਤਮ ਹੋ ਜਾਏਗਾ, ਤੁਸੀਂ ਮਿਟ ਜਾਓਗੇ। ਪੈਸੇ ਵਾਲਿਆਂ ਨੂੰ ਸਾਡਾ ਸਵਾਲ ਹੈ ਕਿ ਅਜੇ ਵੀ ਤੁਹਾਨੂੰ ਜੰਗ ਦਾ ਐਲਾਨ ਕਰਨ 'ਚ ਕੋਈ ਝਿਜਕ ਹੈ? ਬਾਹਰੋਂ ਸੈਂਕੜੇ ਆਵਾਜ਼ਾਂ ਆਈਆਂ, ਜੰਗ, ਜੰਗ। ਇੱਕ ਸੇਠ ਸਾਹਿਬ ਨੇ ਫਰਮਾਇਆ, ਤੁਸੀਂ ਜੰਗ ਲਈ ਤਿਆਰ ਹੋ? ਹਮੇਸ਼ਾ ਨਾਲੋਂ ਵੱਧ, ਅਸਕਰੀ ਨੇ ਕਿਹਾ। ਤੁਹਾਨੂੰ ਫਤਿਹ ਦਾ ਯਕੀਨ ਹੈ? ਖਵਾਜਾ ਸਾਹਿਬ ਨੇ ਪੁੱਛਿਆ। ਪੂਰਾ ਯਕੀਨ ਹੈ, ਅਸਕਰੀ ਨੇ ਦੱਸਿਆ। ਦੂਰ ਨੇੜਿਓਂ ਜੰਗ ਦੀਆਂ ਗਰਜਦੀਆਂ ਆਵਾਜ਼ਾਂ ਦਾ ਤਾਂਤਾ ਵੱਜ ਗਿਆ
ਕਿ ਜਿਵੇਂ ਹਿਮਾਲਿਆ ਦੀ ਡੂੰਘੀ ਖੱਡ ਚੋਂ ਹਥੌੜੀ ਦੀ ਧਮਕ ਆ ਰਹੀ ਹੋਵੇ। ਸ਼ਹਿਰ ਕੰਬ ਉੱਠਿਆ, ਧਰਤੀ ਕੰਬਣ ਲੱਗੀ, ਹਥਿਆਰ ਵੰਡੇ ਜਾਣ ਲੱਗੇ। ਦਰਬਾਰੀਆਂ ਨੇ ਇੱਕ ਰਾਏ ਹੋ ਕੇ ਲੜਾਈ ਦਾ ਫੈਸਲਾ ਕੀਤਾ। ਗੈਰਤ ਜੋ ਕੁਝ ਨਹੀਂ ਸੀ ਕਰ ਸਕਦੀ, ਉਹ ਆਵਾਮ ਦੇ ਨਾਅਰੇ ਨੇ ਕਰ ਵਿਖਾਇਆ। ਚੌਥਾ ਭਾਗ। ਅੱਜ ਤੋਂ 30 ਸਾਲ ਪਹਿਲਾਂ ਜ਼ਬਰਦਸਤ ਇਨਕਲਾਬ ਨੇ ਜੈਗੜ੍ਹ ਨੂੰ ਹਿਲਾ ਸੁੱਟਿਆ ਸੀ। ਸਾਲਾਂ ਬੱਧੀ ਆਪਸੀ ਲੜਾਈਆਂ ਦਾ ਦੌਰ ਰਿਹਾ। ਹਜ਼ਾਰਾਂ ਖਾਨਦਾਨ ਮਿਟ ਗਏ, ਸੈਂਕੜੇ ਕਸਬੇ ਥੇ ਹੋ ਗਏ। ਪਿਓ ਪੁੱਤਰ ਦੇ ਲਹੂ ਦਾ ਪਿਆਸਾ ਸੀ, ਭਰਾ ਭਰਾ ਦੀ ਜਾਨ ਦਾ ਗਾਹਕ। ਜਦੋਂ ਅਖੀਰ 'ਚ ਆਜ਼ਾਦੀ ਦੀ ਫਤਿਹ ਹੋਈ, ਉਸਨੇ ਤਾਜ ਦੇ ਮਰ ਜੀਵੜਿਆਂ ਨੂੰ ਚੁਣ ਚੁਣ ਕੇ ਮਾਰਿਆ। ਮੁਲਕ ਦੀਆਂ ਜੇਲ੍ਹਾਂ ਦੇਸ਼ ਭਗਤਾਂ ਨਾਲ ਭਰ ਗਈਆਂ। ਉਹਨਾਂ ਜਾਂਬਾਜ਼ਾਂ 'ਚ ਇੱਕ ਮਿਰਜ਼ਾ ਮਨਸੂਰ ਵੀ ਸੀ। ਉਹਨੂੰ ਕਨੌਜ ਦੇ ਕਿਲ੍ਹੇ 'ਚ ਕੈਦ ਕੀਤਾ ਗਿਆ, ਜਿਹਦੇ 3 ਪਾਸੇ ਉੱਚੀਆਂ ਕੰਧਾਂ ਸਨ ਤੇ ਇੱਕ ਪਾਸੇ ਗੰਗਾ ਨਦੀ। ਮਨਸੂਰ ਨੂੰ ਸਾਰਾ ਦਿਨ ਹਥੌੜੇ ਚਲਾਉਣੇ ਪੈਂਦੇ, ਸਿਰਫ ਸ਼ਾਮ ਨੂੰ ਅੱਧੇ ਘੰਟੇ ਲਈ ਨਮਾਜ਼ ਦੀ ਛੁੱਟੀ ਮਿਲਦੀ। ਉਸ ਵੇਲੇ ਮਨਸੂਰ ਗੰਗਾ ਦੇ ਕੰਢੇ ਆ ਬੈਠਦਾ ਤੇ ਦੇਸ਼ ਬੰਧੂਆਂ ਦੀ ਹਾਲਤ ਤੇ ਰੋਂਦਾ। ਉਹ ਸਾਰੀ ਕੌਮੀ ਤੇ ਸਮਾਜਿਕ ਵਿਵਸਥਾ ਜੋ ਉਹਦੇ ਵਿਚਾਰ 'ਚ ਕੌਮੀਅਤ ਦਾ ਜ਼ਰੂਰੀ ਅੰਗ ਸੀ, ਇਸ ਹੰਗਾਮੇ ਦੇ ਹੜ੍ਹ 'ਚ ਨਸ਼ਟ ਹੋ ਰਹੀ ਸੀ। ਉਹ ਇੱਕ ਠੰਡਾ ਹੌਕਾ ਭਰ ਕੇ ਕਹਿੰਦਾ, ਜੈਗੜ੍ਹ, ਹੁਣ ਤੇਰਾ ਖੁਦਾ ਹੀ ਰਖਵਾਲਾ ਹੈ। ਤੂੰ ਖਾਕ ਨੂੰ ਅਕਸੀਰ ਬਣਾਇਆ ਤੇ ਅਕਸੀਰ ਨੂੰ ਖਾਕ। ਤੂੰ ਖਾਨਦਾਨ ਦੀ ਇੱਜ਼ਤ ਨੂੰ, ਅਦਬ ਤੇ ਇਖਲਾਕ ਨੂੰ, ਪੜ੍ਹਾਈ ਲਿਖਾਈ ਨੂੰ ਮਿਟਾ ਦਿੱਤਾ, ਬਰਬਾਦ ਕਰ ਦਿੱਤਾ। ਹੁਣ ਤੇਰੀ ਵਾਗਡੋਰ ਸਾਡੇ ਹੱਥ 'ਚ ਨਹੀਂ। ਆਜੜੀ ਤੇਰੇ ਰਾਖੇ ਤੇ ਬਾਣੀਏ ਤੇਰੇ ਦਰਬਾਰੀ ਹਨ, ਪਰ ਦੇਖ ਲਈ ਇਹ ਹਵਾ ਹੈ ਤੇ ਆਜੜੀ ਤੇ ਸ਼ਾਹੂਕਾਰ ਇੱਕ ਦਿਨ ਤੈਨੂੰ ਅੱਖਾਂ 'ਚ ਘੁਸੁੰਨ ਦੇ ਕੇ ਰੋਣ ਲਈ ਮਜਬੂਰ ਕਰਨਗੇ। ਧਨ ਦੌਲਤ ਤੇ ਸ਼ਾਨੋ ਸ਼ੌਕਤ ਆਪਣਾ ਤਰੀਕਾ ਨਹੀਂ ਛੱਡੇਗੀ। ਹਕੂਮਤ ਆਪਣਾ ਰੰਗ ਨਹੀਂ ਬਦਲੇਗੀ। ਲੋਕ ਭਾਵੇਂ ਬਦਲ ਜਾਣ, ਪਰ ਨਿਜ਼ਾਮ ਉਹੀ ਰਹੇਗਾ। ਇਹ ਤੇਰੇ ਨਵੇਂ ਸ਼ੁਭ ਚਿੰਤਕ ਜੋ ਇਸ ਵੇਲੇ ਬੇਨਤੀ, ਸੱਚ ਤੇ ਨਿਆਂ ਦੀਆਂ ਮੂਰਤੀਆਂ ਬਣੇ ਬੈਠੇ ਹਨ, ਇੱਕ ਦਿਨ ਸ਼ਾਨੋ ਸ਼ੌਕਤ ਦੇ ਨਸ਼ੇ 'ਚ ਮਤਵਾਲੇ ਹੋਣਗੇ। ਉਹਨਾਂ ਦੀਆਂ ਸਖਤੀਆਂ ਤਾਜ ਦੀਆਂ ਸਖਤੀਆਂ ਨਾਲੋਂ ਕਿਤੇ ਜ਼ਿਆਦਾ ਸਖਤ ਹੋਣਗੀਆਂ ਤੇ ਉਹਨਾਂ ਦੇ ਜ਼ੁਲਮ ਇਸ ਨਾਲੋਂ ਕਿਤੇ ਵੱਧ ਤੇਜ਼। ਇਹਨਾਂ ਸੋਚਾਂ 'ਚ ਡੁੱਬੇ ਪਏ ਮਨਸੂਰ ਨੂੰ ਆਪਣਾ ਵਤਨ ਚੇਤੇ ਆ ਜਾਂਦਾ। ਘਰ ਦਾ ਨਕਸ਼ਾ ਅੱਖ 'ਚ ਖਿੱਚਿਆ ਜਾਂਦਾ। ਮਾਸੂਮ ਬੱਚੇ, ਅਸਕਰੀ ਦੀ ਪਿਆਰੀ ਜਿਹੀ ਸ਼ਕਲ ਅੱਖਾਂ 'ਚ ਫਿਰ ਜਾਂਦੀ, ਜਿਸ ਨੂੰ ਤਕਦੀਰ ਨੇ ਮਾਂ ਦੇ ਲਾਡ ਪਿਆਰ ਤੋਂ ਵਾਂਝਿਆ ਕਰ ਦਿੱਤਾ ਸੀ। ਫਿਰ ਮਨਸੂਰ ਇੱਕ ਹੌਕਾ ਭਰ ਕੇ ਉੱਠ ਖੜੋਂਦਾ ਤੇ ਆਪਣੇ ਪੁੱਤਰ ਨੂੰ ਮਿਲਣ ਦੀ ਬੇਬਲਤਾ 'ਚ ਉਹਦਾ ਮਨ ਕਰਦਾ ਕਿ ਗੰਗਾ 'ਚੋਂ ਛਾਲ ਮਾਰ ਨਿਕਲ ਜਾਏ। ਹੌਲੀ ਹੌਲੀ ਇਸ ਇੱਛਾ ਨੇ ਇਰਾਦੇ ਦਾ ਰੂਪ ਧਾਰ ਲਿਆ। ਗੰਗਾ ਚੜ੍ਹੀ ਹੋਈ ਸੀ ਕੰਢਿਆਂ ਤੱਕ। ਤੇਜ਼ ਤੇ ਸ਼ੂਕ ਦੀਆਂ ਲਹਿਰਾਂ ਦੌੜਦੇ ਹੋਏ ਪਹਾੜਾਂ ਵਾਂਗ ਸਨ। ਸ਼ੂਕ ਦੀ ਨਦੀ ਵੇਖ ਕੇ ਉਹਦਾ ਸਿਰ ਚੱਕਰਾ ਜਾਂਦਾ। ਮਨਸੂਰ ਨੇ ਸੋਚਿਆ, ਨਦੀ ਲੈਣ ਦਿਆਂ, ਪਰ ਨਦੀ ਲੈਣ ਦੀ ਥਾਂ ਭਿਆਨਕ ਰੋਗ ਵਾਂਗ ਵੱਧਦੀ ਜਾਂਦੀ ਸੀ। ਇੱਥੋਂ ਤੱਕ ਕਿ ਮਨਸੂਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਇੱਕ ਦਿਨ ਉਹ ਰਾਤ ਨੂੰ ਉੱਠਿਆ ਤੇ ਸ਼ੂਕ ਦੀਆਂ ਲਹਿਰਾਂ ਨਾਲ ਭਰੇ ਹੋਏ ਹਨੇਰੇ 'ਚ ਕੁੱਦ ਪਿਆ। ਮਨਸੂਰ ਸਾਰੀ ਰਾਤ ਲਹਿਰਾਂ ਨਾਲ ਜੂਝਦਾ ਰਿਹਾ, ਜਿਵੇਂ ਕੋਈ ਚਿੜੀ ਤੂਫਾਨਾਂ 'ਚ ਝੰਬੀ ਜਾ ਰਹੀ ਹੋਵੇ। ਉਹਦੀ ਗੋਦ 'ਚ ਲੁਕਿਆ, ਕਦੇ ਇੱਕ ਲਹਿਰ 'ਚ 10 ਕਦਮ ਅੱਗੇ, ਕਦੇ ਇੱਕ ਧੱਕੇ 'ਚ 10 ਕਦਮ ਪਿੱਛੇ, ਜ਼ਿੰਦਗੀ ਪਾਣੀ ਦੀ ਲੜਾਈ ਦੀ ਜ਼ਿੰਦਾ ਮਿਸਾਲ। ਜਦੋਂ ਨਦੀ ਤੋਂ ਪਾਰ ਪਹੁੰਚਿਆ ਤਾਂ ਉਹ ਜਿਵੇਂ ਉਸ ਅੰਦਰ ਕੋਈ ਸਾਹ ਸਾਥੀ ਨਹੀਂ ਸੀ ਬਚਿਆ, ਸਿਰਫ ਸਾਹ ਚੱਲ ਰਿਹਾ ਸੀ ਤੇ ਸਾਹ ਦੇ ਨਾਲ ਮਿਲਣ ਦੀ ਇੱਛਾ। ਇਸ ਤੋਂ ਤੀਜੇ ਦਿਨ ਮਨਸੂਰ ਵਿਜੇਗੜ੍ਹ ਜਾ ਪਹੁੰਚਿਆ। ਇੱਕ ਗੋਦ 'ਚ ਅਸਕਰੀ ਸੀ, ਦੂਜੇ ਹੱਥ 'ਚ ਗਰੀਬੀ ਦੀ ਇੱਕ ਛੋਟੀ ਜਿਹੀ ਗੰਢ। ਉੱਥੇ ਉਹਨੇ ਆਪਣਾ ਨਾਂ ਮਿਰਜ਼ਾ ਜਲਾਲ ਦੱਸਿਆ। ਹੁਲੀਆ ਵੀ ਬਦਲ ਲਿਆ ਸੀ। ਹੱਟਾ ਕੱਟਾ ਫੱਬਦਾ ਜਵਾਨ ਸੀ। ਚਿਹਰੇ ਤੇ ਸ਼ਰਾਫਤ ਤੇ ਖਾਨਦਾਨੀ ਵਿਅਕਤਿਤਵ ਝਲਕਦਾ ਸੀ। ਨੌਕਰੀ ਲਈ ਕਿਸੇ ਹੋਰ ਸਿਫਾਰਿਸ਼ ਦੀ ਲੋੜ ਨਹੀਂ ਸੀ। ਸਿਪਾਹੀਆਂ 'ਚ ਸ਼ਾਮਲ ਹੋ ਗਿਆ ਤੇ 5 ਸਾਲਾਂ 'ਚ ਆਪਣੇ ਚੰਗੇ ਰਸੂਖ ਤੇ ਭਰੋਸੇ ਦੀ ਬਦੌਲਤ ਮੰਦੌਰ ਦੇ ਸਰਹੱਦੀ ਪਹਾੜੀ ਕਿਲ੍ਹੇ ਦਾ ਸੂਬੇਦਾਰ ਬਣਾ ਦਿੱਤਾ ਗਿਆ। ਪਰ ਮਿਰਜ਼ਾ ਜਲਾਲ ਨੂੰ ਵਤਨ ਦੀ ਯਾਦ ਹਮੇਸ਼ਾ ਸਤਾਉਂਦੀ ਰਹਿੰਦੀ। ਉਹ ਅਸਕਰੀ ਨੂੰ ਕੁੱਛੜ ਚੁੱਕਦਾ ਤੇ ਕੋਟ ਤੇ ਚੜ੍ਹ ਕੇ ਉਹਨੂੰ ਜੈਗੜ੍ਹ ਦੀਆਂ ਮੁਸਕਰਾਉਂਦੀਆਂ ਚਰਾਂਦਾਂ, ਮਤਵਾਲੇ ਝਰਨੇ ਤੇ ਸੁਥਰੀਆਂ ਬਸਤੀਆਂ ਦਿਖਾਉਂਦਾ, ਜਿਨ੍ਹਾਂ ਦੇ ਕਿੰਗਰੇ ਕਿਲ੍ਹੇ ਵਾਂਗ ਨਜ਼ਰ ਆਉਂਦੇ। ਉਸ ਵੇਲੇ ਆਪ ਮੁਹਾਰੇ ਉਹਦੇ ਜਿਗਰ 'ਚੋਂ ਇੱਕ ਹੌਕਾ ਨਿਕਲ ਜਾਂਦਾ ਤੇ ਅੱਖਾਂ ਗਿੱਲੀਆਂ ਹੋ ਜਾਂਦੀਆਂ। ਉਹ ਅਸਕਰੀ ਨੂੰ ਆਪਣੀ ਛਾਤੀ ਨਾਲ ਘੁੱਟ ਲੈਂਦਾ ਤੇ ਕਹਿੰਦਾ, ਪੁੱਤਰ, ਉਹ ਤੇਰਾ ਦੇਸ਼ ਹੈ, ਉਹੀ ਤੇਰਾ ਤੇ ਤੇਰੇ ਬਜ਼ੁਰਗਾਂ ਦਾ ਆਲ੍ਹਣਾ ਹੈ। ਤੇਰੇ ਕੋਲੋਂ ਹੋ ਸਕਿਆ ਤੇ ਉਹਦੀ ਕਿਸੇ ਇੱਕ ਨੁੱਕਰ 'ਚ ਬਹਿ ਕੇ ਆਪਣੀ ਉਮਰ ਬਿਤਾ ਦੇਵੀਂ, ਪਰ ਕਦੇ ਉਹਦੀ ਆਣ ਇੱਜ਼ਤ ਨੂੰ ਵੱਟਾ ਨਾ ਲਾਵੀਂ, ਕਦੇ ਉਸ ਨਾਲ ਦਗਾ ਨਾ ਕਰੀਂ, ਕਿਉਂਕਿ ਤੂੰ ਉਹਦੀ ਮਿੱਟੀ ਤੇ ਪਾਣੀ 'ਚੋਂ ਪੈਦਾ ਹੋਇਆ ਹੈ ਤੇ ਤੇਰੇ ਬਜ਼ੁਰਗਾਂ ਦੀਆਂ ਰੂਹਾਂ ਅਜੇ ਵੀ ਉੱਥੇ ਮੰਡਰਾ ਰਹੀਆਂ ਹਨ। ਇੰਜ ਬਚਪਨ ਤੋਂ ਹੀ ਅਸਕਰੀ ਦੇ ਦਿਲ ਦੇ
ਸੇਵਾ ਤੇ ਪ੍ਰੇਮ ਦੀ ਛਾਪ ਲੱਗ ਗਈ ਸੀ। ਉਹ ਜਵਾਨ ਹੋਇਆ ਤਾਂ ਜੈਗੜ੍ਹ ਉੱਤੇ ਜਾਨ ਛਿੜਕਦਾ ਸੀ। ਉਹਦੀ ਸ਼ਾਨੋ ਸ਼ੌਕਤ ਤੇ ਕੁਰਬਾਨ, ਉਹਦੇ ਰੋਹਬ ਦੀ ਮਾਲਾ ਜਪਣ ਵਾਲਾ, ਉਹਦੀ ਚੰਗਿਆਈ ਨੂੰ ਅਗਾਂਹ ਵਧਾਉਣ ਲਈ ਹਰ ਵੇਲੇ ਤਿਆਰ, ਉਸਦੇ ਝੰਡੇ ਨੂੰ ਨਵੀਂ ਅਣਛੋਹ ਧਰਤੀ 'ਚ ਗੱਡਣ ਦਾ ਇੱਛੁਕ 20 ਸਾਲਾਂ ਦਾ ਬਾਂਕਾ ਜਵਾਨ ਸੀ ਤੇ ਇਰਾਦਾ ਮਜ਼ਬੂਤ, ਹੌਸਲੇ ਬੁਲੰਦ, ਅਥਾਹ ਹਿੰਮਤ, ਫੌਲਾਦੀ ਜਿਸਮ ਆ ਕੇ ਜੈਗੜ੍ਹ ਦੀ ਫੌਜ 'ਚ ਸ਼ਾਮਲ ਹੋ ਗਿਆ ਤੇ ਇਸ ਵੇਲੇ ਜੈਗੜ੍ਹ ਦੀ ਫੌਜ ਦਾ ਚਮਕਦਾ ਹੋਇਆ ਸੂਰਜ ਬਣਿਆ ਹੋਇਆ ਸੀ। ਭਾਗ 5। ਜੈਗੜ੍ਹ ਨੇ ਅਲਟੀਮੇਟਮ ਦਿੱਤਾ ਕਿ ਜੇ 24 ਘੰਟਿਆਂ ਅੰਦਰ ਸ਼ੀਰਾ ਬਾਈ ਜੈਗੜ੍ਹ ਨਾ ਪਹੁੰਚੀ ਤਾਂ ਉਹਨੂੰ ਲਿਆਉਣ ਲਈ ਜੈਗੜ੍ਹ ਦੀ ਫੌਜ ਰਵਾਨਾ ਹੋ ਜਾਏਗੀ। ਵਿਜੇਗੜ੍ਹ ਨੇ ਉੱਤਰ ਦਿੱਤਾ, ਜੈਗੜ੍ਹ ਦੀ ਫੌਜ ਆਈ, ਅਸੀਂ ਉਹਦੇ ਸਵਾਗਤ ਲਈ ਹਾਜ਼ਰ ਹਾਂ। ਸ਼ੀਰੀ ਬਾਈ ਜਦੋਂ ਤੱਕ ਇੱਥੋਂ ਦੀ ਅਦਾਲਤ ਤੋਂ ਹੁਕਮ ਅਦੂਲੀ ਦੀ ਸਜ਼ਾ ਨਾ ਪੂਰੀ ਕਰੇ, ਉਹ ਰਿਹਾ ਨਹੀਂ ਹੋ ਸਕਦੀ ਤੇ ਜੈਗੜ੍ਹ ਨੂੰ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ। ਅਸਕਰੀ ਨੂੰ ਮੂੰਹ ਮੰਗੀ ਮੁਰਾਦ ਮਿਲ ਗਈ। ਖੁਫੀਆ ਤੌਰ ਤੇ ਇੱਕ ਦੂਤ ਮਿਰਜ਼ਾ ਜਲਾਲ ਕੋਲ ਰਵਾਨਾ ਕੀਤਾ ਤੇ ਖੱਤ 'ਚ ਲਿਖਿਆ, ਅੱਜ ਵਿਜੇਗੜ੍ਹ 'ਚ ਸਾਡੀ ਲੜਾਈ ਛਿੜ ਗਈ। ਹੁਣ ਖੁਦਾ ਨੇ ਚਾਹਿਆ ਤਾਂ ਦੁਨੀਆ ਜੈਗੜ੍ਹ ਦੀ ਤਲਵਾਰ ਦਾ ਲੋਹਾ ਮੰਨ ਜਾਏਗੀ। ਮਨਸੂਰ ਦਾ ਬੇਟਾ ਅਸਕਰੀ ਫਤਿਹ ਦੇ ਦਰਬਾਰ ਦਾ ਇੱਕ ਅਦਨਾ ਜਿਹਾ ਦਰਬਾਰੀ ਬਣ ਸਕੇਗਾ ਤੇ ਸ਼ਾਇਦ ਮੇਰੀ ਉਹ ਦਿਲੀ ਤਮੰਨਾ ਵੀ ਪੂਰੀ ਹੋ ਸਕੇ ਜੋ ਹਮੇਸ਼ਾ ਮੇਰੀ ਰੂਹ ਨੂੰ ਤੜਫਾਉਂਦੀ ਹੈ। ਸ਼ਾਇਦ ਮੈਂ ਮਿਰਜ਼ਾ ਮਨਸੂਰ ਨੂੰ ਫਿਰ ਜੈਗੜ੍ਹ ਦੀ ਰਿਆਸਤ ਵਿੱਚ ਇੱਕ ਉੱਚੀ ਜਗ੍ਹਾ ਤੇ ਬੈਠੇ ਦੇਖ ਸਕਾਂ। ਅਸੀਂ ਮੰਦੌਰ ਨੂੰ ਕੁਝ ਨਹੀਂ ਆਖਾਂਗੇ। ਕੋਈ ਮੁਸੀਬਤ ਤਾਂ ਆ ਹੀ ਪਏ ਤਾਂ ਤੁਸੀਂ ਮੇਰੀ ਇਹ ਮੋਹਰ ਜਿਸ ਸਿਪਾਹੀ ਜਾਂ ਅਫਸਰ ਨੂੰ ਦਿਖਾਓਗੇ, ਉਹ ਤੁਹਾਡਾ ਸਤਿਕਾਰ ਕਰੇਗਾ ਤੇ ਤੁਹਾਨੂੰ ਮੇਰੇ ਕੈਂਪ 'ਚ ਪਹੁੰਚਾ ਦੇਵੇਗਾ। ਮੈਨੂੰ ਯਕੀਨ ਹੈ ਕਿ ਜੇ ਲੋੜ ਪਏ ਤਾਂ ਉਸ ਜੈਗੜ੍ਹ ਲਈ ਜੋ ਤੁਹਾਡੇ ਲਈ ਇੰਨਾ ਪਿਆਰਾ ਹੈ ਤੇ ਉਸ ਅਸਕਰੀ ਦੀ ਖਾਤਰ ਜੋ ਤੁਹਾਡੇ ਜਿਗਰ ਦਾ ਟੋਟਾ ਹੈ, ਤੁਸੀਂ ਥੋੜ੍ਹੀ ਜਿਹੀ ਤਕਲੀਫ ਤੋਂ, ਮੁਮਕਿਨ ਹੈ ਕਿ ਉਹ ਰੂਹਾਨੀ ਤਕਲੀਫ ਹੋਵੇ, ਨਹੀਂ ਘਬਰਾਓਗੇ। ਇਸ ਤੋਂ ਤੀਜੇ ਦਿਨ ਜੈਗੜ੍ਹ ਦੀ ਫੌਜ ਨੇ ਵਿਜੇਗੜ੍ਹ ਤੇ ਹਮਲਾ ਕੀਤਾ ਤੇ ਮੰਦੌਰ ਤੋਂ 5 ਮੀਲ ਦੇ ਫਾਸਲੇ ਤੇ ਦੋਨਾਂ ਫੌਜਾਂ ਦਾ ਮੁਕਾਬਲਾ ਹੋਇਆ। ਵਿਜੇਗੜ੍ਹ ਨੂੰ ਆਪਣੇ ਹਵਾਈ ਜਹਾਜ਼ਾਂ, ਜ਼ਹਿਰੀਲੀਆਂ ਖੱਡਾਂ ਤੇ ਦੂਰ ਤੱਕ ਮਾਰ ਕਰਨ ਵਾਲੀਆਂ ਤੋਪਾਂ ਦਾ ਘੁਮੰਡ ਸੀ। ਜੈਗੜ੍ਹ ਨੂੰ ਆਪਣੀ ਫੌਜ ਦੀ ਬਹਾਦਰੀ, ਹੱਠ, ਸਮਝਦਾਰੀ ਤੇ ਬੁੱਧੀ ਦਾ ਭਰੋਸਾ। ਵਿਜੇਗੜ੍ਹ ਦੀ ਫੌਜ ਨਿਯਮ ਤੇ ਅਨੁਸ਼ਾਸਨ ਦੀ ਗੁਲਾਮ ਸੀ। ਜੈਗੜ੍ਹ ਵਾਲੇ ਜ਼ਿੰਮੇਵਾਰੀ ਤੇ ਤਮੀਜ਼ ਦੇ ਕਾਇਲ। ਮਹੀਨਾ ਭਰ ਦਿਨ ਰਾਤ ਵੱਢ ਟੁੱਕ ਹੁੰਦੀ ਰਹੀ। ਹਮੇਸ਼ਾ ਅੱਗ ਤੇ ਗੋਲਿਆਂ ਤੇ ਜ਼ਹਿਰੀਲੀਆਂ ਹਵਾਵਾਂ ਦਾ ਤੂਫਾਨ ਝੁੱਲਿਆ ਰਹਿੰਦਾ। ਬੰਦਾ ਥੱਕ ਜਾਂਦਾ ਸੀ ਪਰ ਹਥਿਆਰ ਅਣਥੱਕ ਸਨ। ਜੈਗੜ੍ਹੀਆਂ ਦੇ ਹੌਸਲੇ ਢਹਿ ਗਏ। ਬਾਰ-ਬਾਰ ਹਾਰ ਤੇ ਹਾਰ ਖਾਧੀ। ਅਸਕਰੀ ਨੂੰ ਪਤਾ ਲੱਗਾ ਕਿ ਜ਼ਿੰਮੇਵਾਰੀ ਜਿੱਤ 'ਚ ਚਾਹੇ ਕ੍ਰਿਸ਼ਮੇ ਕਰ ਦਿਖਾਏ ਪਰ ਹਾਰ 'ਚ ਮੈਦਾਨ ਹੁਕਮ ਦੀ ਪਾਬੰਦੀ ਦੇ ਹੀ ਹੱਥ ਰਹਿੰਦਾ ਹੈ। ਜੈਗੜ੍ਹ ਦੀਆਂ ਅਖਬਾਰਾਂ ਨੇ ਮੰਤਰੀਆਂ ਤੇ ਹਮਲੇ ਸ਼ੁਰੂ ਕੀਤੇ। ਅਸਕਰੀ ਸਾਰੀ ਕੌਮ ਦੀ ਲਾਹਨਤ ਦਾ ਨਿਸ਼ਾਨਾ ਬਣ ਗਿਆ। ਉਹੀ ਅਸਕਰੀ ਜੀ ਤੇ ਜੈਗੜ੍ਹ ਕੁਰਬਾਨ ਜਾਂਦਾ ਸੀ ਸਾਰਿਆਂ ਦੀਆਂ ਨਜ਼ਰਾਂ 'ਚ ਚੁਭਣ ਲੱਗਾ। ਅਨਾਥ ਬੱਚਿਆਂ ਦੇ ਹੰਝੂ, ਵਿਧਵਾ ਔਰਤਾਂ ਦੇ ਹੌਕੇ, ਜ਼ਖਮੀਆਂ ਦੀ ਚੀਕ ਪੁਕਾਰ, ਵਪਾਰੀਆਂ ਦੀ ਤਬਾਹੀ, ਦੇਸ਼ ਦਾ ਅਪਮਾਨ, ਇਹਨਾਂ ਨੂੰ ਸਾਰਿਆਂ ਦਾ ਕਾਰਨ ਉਹੀ ਇੱਕੋ ਵਿਅਕਤੀ ਅਸਕਰੀ ਸੀ। ਕੌਮ ਦੀ ਅਗਵਾਈ, ਸੋਨੇ ਦਾ ਰਾਜ ਸਿੰਘਾਸਨ ਬੇਸ਼ੱਕ ਹੋਵੇ ਪਰ ਉਹ ਫੁੱਲਾਂ ਦੀ ਸੇਜ ਬਿਲਕੁਲ ਨਹੀਂ ਹੁੰਦਾ। ਹੁਣ ਜੈਗੜ੍ਹ ਦੀ ਜਾਨ ਬਚਣ ਦਾ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ਕਿ ਕਿਸੇ ਤਰ੍ਹਾਂ ਵਿਰੋਧੀ ਸੈਨਾ ਦਾ ਸੰਬੰਧ ਮੰਦੌਰ ਦੇ ਕਿਲੇ ਨਾਲੋਂ ਕੱਟ ਦਿੱਤਾ ਜਾਏ, ਜੋ ਲੜਾਈ ਤੇ ਰਸਦ ਦੇ ਸਮਾਨ ਤੇ ਆਵਾਜਾਈ ਦੇ ਸਾਧਨਾਂ ਦਾ ਕੇਂਦਰ ਸੀ। ਲੜਾਈ ਸਖਤ ਸੀ, ਬਹੁਤ ਖਤਰਨਾਕ। ਸਫਲਤਾ ਦੀ ਆਸ ਬੜੀ ਘੱਟ, ਅਸਫਲਤਾ ਦਾ ਡਰ ਬਹੁਤਾ। ਕਾਮਯਾਬੀ ਜੇ ਸੁੱਕੇ ਝੋਨੇ ਪਾਣੀ ਸੀ ਤਾਂ ਅਸਫਲਤਾ ਉਹਦੀ ਅੱਗ। ਪਰ ਛੁਟਕਾਰੇ ਲਈ ਕੋਈ ਹੋਰ ਤਦਬੀਰ ਨਹੀਂ ਸੀ। ਅਸਕਰੀ ਨੇ ਮਿਰਜ਼ਾ ਜਲਾਲ ਨੂੰ ਲਿਖਿਆ, ਪਿਆਰੇ ਅੱਬਾ ਜਾਨ, ਆਪਣੇ ਪਿਛਲੀ ਖੱਤ 'ਚ ਮੈਂ ਜਿਸ ਜ਼ਰੂਰਤ ਵੱਲ ਇਸ਼ਾਰਾ ਕੀਤਾ ਸੀ, ਬਦਕਿਸਮਤੀ ਨਾਲ ਉਹ ਜ਼ਰੂਰਤ ਆ ਪਈ ਹੈ। ਤੁਹਾਡਾ ਪਿਆਰਾ ਜੈਗੜ੍ਹ ਬਘਿਆੜਾਂ ਦੇ ਪੰਜਿਆਂ 'ਚ ਫਸਿਆ ਹੋਇਆ। ਤੁਹਾਡਾ ਪਿਆਰਾ ਅਸਕਰੀ ਨਾਉਮੀਦੀ ਦੇ ਭੰਵਰ 'ਚ। ਦੋਵੇਂ ਤੁਹਾਡੇ ਵੱਲ ਇੱਕ ਆਸ ਨਾਲ ਤੱਕ ਰਹੇ ਹਾਂ। ਅੱਜ ਸਾਡੀ ਆਖਰੀ ਕੋਸ਼ਿਸ਼ ਹੈ। ਅਸੀਂ ਵਿਰੋਧੀ ਫੌਜ ਨੂੰ ਮੰਦੌਰ ਦੇ ਕਿਲੇ ਨਾਲੋਂ ਵੱਖ ਕਰਨਾ ਚਾਹੁੰਦੇ ਹਾਂ। ਅੱਧੀ ਰਾਤ ਪਿੱਛੋਂ ਇਹ ਕਾਰਨਾਮਾ ਸ਼ੁਰੂ ਹੋਏਗਾ। ਤੁਹਾਨੂੰ ਸਿਰਫ ਇੰਨੀ ਬੇਨਤੀ ਹੈ ਕਿ ਜੇ ਅਸੀਂ ਸਿਰ ਹਥੇਲੀ ਤੇ ਲੈ ਕੇ ਕਿਲੇ ਦੇ ਸਾਹਮਣੇ ਪਹੁੰਚ ਜਾਈਏ ਤਾਂ ਸਾਨੂੰ ਲੋਹੇ ਦੇ ਦਰਵਾਜ਼ੇ ਨਾਲ ਸਿਰ ਟਕਰਾ ਕੇ ਪਰਤਣਾ ਨਾ ਪਏ, ਵਰਨਾ ਤੁਸੀਂ ਆਪਣੀ ਕੌਮ ਦੀ ਇੱਜ਼ਤ ਤੇ ਆਪਣੇ ਬੇਟੇ ਦੀ ਲਾਸ਼ ਨੂੰ ਉਸੇ ਥਾਂ ਤੜਪਦੇ ਦੇਖੋਗੇ ਤੇ ਜੈਗੜ੍ਹ ਤੁਹਾਨੂੰ ਹੋਵੇ ਕਦੇ ਮਾਫ਼ ਨਹੀਂ ਕਰੇਗਾ। ਉਸ ਕਰਕੇ ਤੁਹਾਨੂੰ ਕਿੰਨੀ ਤਕਲੀਫ ਕਿਉਂ ਨਾ ਪਹੁੰਚੀ, ਪਰ ਤੁਸੀਂ ਉਹਦੇ ਹੱਕਾਂ ਤੋਂ ਫਾਰਗ ਨਹੀਂ ਹੋ ਸਕਦੇ।
ਸ਼ਾਮ ਹੋ ਚੁੱਕੀ ਸੀ। ਜੰਗ ਦਾ ਮੈਦਾਨ ਇੰਜ ਨਜ਼ਰ ਆਉਂਦਾ ਸੀ ਜਿਵੇਂ ਜੰਗਲ ਅੱਗ ਨਾਲ ਸੜ ਗਿਆ ਹੋਵੇ। ਵਿਜੇਗੜ੍ਹੀ ਫੌਜ ਇੱਕ ਖੂਨੀ ਮੁਕਾਬਲੇ ਪਿੱਛੋਂ ਮੋਰਚਿਆਂ 'ਚ ਆ ਰਹੀ ਸੀ। ਜ਼ਖਮੀਆਂ ਨੂੰ ਮੰਦੌਰ ਦੇ ਕਿਲੇ ਦੇ ਹਸਪਤਾਲ 'ਚ ਪਹੁੰਚਾਇਆ ਜਾ ਰਿਹਾ ਸੀ। ਤੋਪਾਂ ਥੱਕ ਕੇ ਚੁੱਪ ਹੋ ਗਈਆਂ ਸਨ ਤੇ ਬੰਦੂਕਾਂ ਜ਼ਰਾ ਸਾਹ ਲੈ ਰਹੀਆਂ ਸਨ। ਉਸੇ ਵੇਲੇ ਜੈਗੜ੍ਹੀ ਫੌਜ ਦਾ ਇੱਕ ਅਫਸਰ ਵਿਜੇਗੜ੍ਹੀ ਵਰਦੀ ਪਹਿਨੀ ਅਸਕਰੀ ਦੇ ਤੰਬੂ 'ਚੋਂ ਨਿਕਲਿਆ। ਥੱਕੀਆਂ ਹੋਈਆਂ ਤੋਪਾਂ, ਸਿਰ ਝੁਕਾਈ ਖੜੇ ਹਵਾਈ ਜਹਾਜ਼, ਘੋੜਿਆਂ ਦੀਆਂ ਲਾਸ਼ਾਂ, ਮੂਧੀਆਂ ਪਈਆਂ ਹਵਾ ਗੱਡੀਆਂ ਤੇ ਸਜੀਵ ਜਾਪਦੇ ਟੁੱਟੇ ਹੋਏ ਕਿਲੇ ਉਸ ਲਈ ਪਰਦੇ ਦਾ ਕੰਮ ਕਰਨ ਲੱਗੇ। ਉਹਦੀ ਆੜ 'ਚ ਲੁਕਦਾ ਹੋਇਆ ਉਹ ਵਿਜੇਗੜ੍ਹੀ ਜ਼ਖਮੀਆਂ ਦੀ ਕਤਾਰ 'ਚ ਜਾ ਪਹੁੰਚਿਆ ਤੇ ਚੁੱਪ ਕਰਕੇ ਜ਼ਮੀਨ ਤੇ ਲੰਮਾ ਪੈ ਗਿਆ। 6ਵਾਂ ਭਾਗ। ਅੱਧੀ ਰਾਤ ਬੀਤ ਚੁੱਕੀ ਸੀ। ਮੰਦੌਰ ਦਾ ਕਿਲੇਦਾਰ ਮਿਰਜ਼ਾ ਜਲਾਲ ਕਿਲੇ ਦੀ ਕੰਧ ਤੇ ਬੈਠਾ ਮੈਦਾਨੇ ਜੰਗ ਦਾ ਤਮਾਸ਼ਾ ਦੇਖ ਰਿਹਾ ਸੀ ਤੇ ਸੋਚਦਾ ਸੀ ਕਿ ਅਸਕਰੀ ਨੂੰ ਮੈਨੂੰ ਖਤ ਲਿਖਣ ਦੀ ਜੁਰਤ ਕਿਵੇਂ ਪਈ। ਉਹਨੂੰ ਸਮਝਣਾ ਚਾਹੀਦਾ ਸੀ ਕਿ ਜਿਸ ਸ਼ਖਸ ਨੇ ਆਪਣੇ ਅਸੂਲਾਂ ਤੇ ਜ਼ਿੰਦਗੀ ਨਿਛਾਵਰ ਕਰ ਦਿੱਤੀ, ਦੇਸ਼ ਚੋਂ ਕੱਢਿਆ ਗਿਆ ਤੇ ਗੁਲਾਮੀ ਦੀ ਮਾਲਾ ਗਲੇ 'ਚ ਪਾਈ, ਉਹ ਹੁਣ ਆਪਣੀ ਜ਼ਿੰਦਗੀ ਦੇ ਆਖਰੀ ਦੌਰ 'ਚ ਅਜਿਹਾ ਕੋਈ ਕੰਮ ਨਹੀਂ ਕਰੇਗਾ ਜਿਸ ਕਰਕੇ ਉਹਨੂੰ ਕੋਈ ਦਾਗ ਲੱਗ ਜਾਏ। ਉਹ ਆਪਣੇ ਅਸੂਲਾਂ ਨੂੰ ਨਹੀਂ ਤੋੜੇਗਾ। ਖੁਦਾ ਦੇ ਦਰਬਾਰ 'ਚ ਵਤਨ ਤੇ ਵਤਨ ਵਾਲੇ ਤੇ ਬੇਟਾ, ਇਹਨਾਂ 'ਚੋਂ ਕੋਈ ਵੀ ਸਾਥ ਨਹੀਂ ਦੇਏਗਾ। ਆਪਣੇ ਮਾੜੇ ਚੰਗੇ ਦੀ ਸਜ਼ਾ ਜਾਂ ਇਨਾਮ ਆਪ ਹੀ ਭੁਗਤਣਾ ਪਏਗਾ। ਹਿਸਾਬ ਵਾਲੇ ਦਿਨ ਉਹਨੂੰ ਕੋਈ ਨਹੀਂ ਬਚਾ ਸਕੇਗਾ। ਤੌਬਾ! ਜੈਗੜ੍ਹੀਆਂ ਤੋਂ ਫਿਰ ਉਹੀ ਮੂਰਖਤਾ ਹੋਈ। ਖਾਮਖਾਹ ਗੋਲਾਬਾਰੀ ਨਾਲ ਦੁਸ਼ਮਣਾਂ ਨੂੰ ਖਬਰ ਕਰਨ ਦੀ ਲੋੜ ਸੀ। ਇੱਧਰੋਂ ਵੀ ਜਵਾਬ ਦਿੱਤਾ ਜਾਏਗਾ ਤੇ ਹਜ਼ਾਰਾਂ ਜਾਨਾਂ ਜਾਣਗੀਆਂ। ਰਾਤ ਦੇ ਅਚਾਨਕ ਹਮਲੇ ਦੇ ਅਰਥ ਤਾਂ ਇਹ ਸਨ ਕਿ ਦੁਸ਼ਮਣ ਸਿਰ ਤੇ ਆ ਜਾਏ ਤੇ ਕੰਨੋ ਕੰਨ ਖਬਰ ਨਾ ਹੋਏ। ਚਾਰੇ ਪਾਸੇ ਖਲਬਲੀ ਮਚ ਜਾਏ। ਮੰਨਿਆ ਕਿ ਹਾਲਾਤ 'ਚ ਆਪਣੀਆਂ ਹਰਕਤਾਂ ਨੂੰ ਲੁਕਾ ਕੇ ਰੱਖਣਾ ਮੁਸ਼ਕਿਲ ਹੈ। ਇਹਦਾ ਇਲਾਜ ਹਨੇਰੇ ਦੇ ਮੋਰਚਿਆਂ ਨਾਲ ਕਰਨਾ ਚਾਹੀਦਾ ਸੀ, ਪਰ ਅੱਜ ਸ਼ਾਇਦ ਉਹਨਾਂ ਦੀ ਗੋਲਾਬਾਰੀ ਮਾਮੂਲੀ ਨਾਲੋਂ ਵਧੇਰੇ ਤੇਜ਼ ਹੈ। ਵਿਜੇਗੜ੍ਹ ਦੀਆਂ ਕਤਾਰਾਂ ਤੇ ਸਾਰੀਆਂ ਮੋਰਚਾਬੰਦੀਆਂ ਨੂੰ ਚੀਰ ਕੇ ਉਹਨਾਂ ਦਾ ਇੱਥੋਂ ਤੱਕ ਆਉਣਾ ਤਾਂ ਮੁਹਾਲ ਜਾਪਦਾ ਸੀ, ਪਰ ਜੇ ਮੰਨ ਲਓ ਆ ਹੀ ਜਾਣ ਤਾਂ ਮੈਨੂੰ ਕੀ ਕਰਨਾ ਚਾਹੀਦਾ? ਇਸ ਮਸਲੇ ਨੂੰ ਤੈਅ ਕਿਉਂ ਨਾ ਕਰ ਲਵਾਂ? ਅੱਛਾ, ਇਸ 'ਚ ਤੈਅ ਕਰਨ ਵਾਲੀ ਕਿਹੜੀ ਗੱਲ ਹੈ? ਮੇਰਾ ਰਸਤਾ ਸਾਫ਼ ਹੈ। ਮੈਂ ਵਿਜੇਗੜ੍ਹ ਦਾ ਲੂਣ ਖਾਨਾ। ਮੈਂ ਜਦੋਂ ਬੇਆਸਰਾ, ਪਰੇਸ਼ਾਨ ਤੇ ਆਪਣੇ ਦੇਸ਼ 'ਚੋਂ ਕੱਢਿਆ ਹੋਇਆ ਸਾਂ ਤਾਂ ਵਿਜੇਗੜ੍ਹ ਨੇ ਮੈਨੂੰ ਆਪਣੀ ਬੁੱਕਲ 'ਚ ਪਨਾਹ ਦਿੱਤੀ ਤੇ ਮੇਰੀਆਂ ਸੇਵਾਵਾਂ ਦਾ ਢੁਕਵਾਂ ਲਿਹਾਜ਼ ਕੀਤਾ। ਉਹਦੀ ਬਦੌਲਤ 30 ਵਰ੍ਹੇ ਤੱਕ ਮੇਰੀ ਜ਼ਿੰਦਗੀ ਨੇਕ ਨਾਮੀ ਤੇ ਇੱਜ਼ਤ ਨਾਲ ਲੰਘੀ। ਉਸ ਨਾਲ ਦਗਾ ਕਰਨਾ ਹੱਦ ਦਰਜੇ ਦੀ ਨਮਕ ਹਰਾਮੀ ਹੈ। ਅਜਿਹਾ ਗੁਨਾਹ ਜਿਹਦੀ ਕੋਈ ਸਜ਼ਾ ਨਹੀਂ, ਉੱਪਰ ਰੌਲਾ ਪੈ ਰਿਹਾ। ਹਵਾਈ ਜਹਾਜ਼ ਹੋਣਗੇ, ਉਹ ਗੋਲਾ ਡਿੱਗਿਆ ਪਰ ਸੁੱਖ ਸਾਂਦ ਰਹੀ, ਹੇਠਾਂ ਕੋਈ ਨਹੀਂ। ਪਰ ਕੀ ਦਗਾ ਕਰਨਾ ਹਰ ਹਾਲਤ 'ਚ ਗੁਨਾਹ? ਅਜਿਹੀ ਹਾਲਤ ਵੀ ਤਾਂ ਹੁੰਦੀ ਹੈ ਜਦੋਂ ਦਗਾ ਵਫਾ ਨਾਲੋਂ ਵੀ ਵਧੇਰੇ ਚੰਗਾ ਲੱਗਦਾ। ਆਪਣੇ ਦੁਸ਼ਮਣ ਨਾਲ ਦਗਾ ਕਰਨਾ ਭਲਾ ਗੁਨਾਹ ਹੈ? ਕਿੰਨੇ ਹੀ ਕੰਮ ਜੋ ਜ਼ਾਤੀ ਹੈਸੀਅਤ ਨਾਲ ਹੁੰਦੇ ਹਨ, ਉਹਨਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਕੌਮੀ ਹੈਸੀਅਤ ਨਾਲ ਨੇਕ ਕੰਮ ਹੁੰਦੇ ਹਨ। ਉਹੀ ਬੇਗੁਨਾਹ ਦਾ ਖੂਨ ਜੋ ਜ਼ਾਤੀ ਹੈਸੀਅਤ ਨਾਲ ਸਖਤ ਤੋਂ ਸਖਤ ਸਜ਼ਾ ਦੇ ਕਾਬਿਲ ਹੈ, ਮਜ਼ਹਬੀ ਹੈਸੀਅਤ ਨਾਲ ਸ਼ਹਾਦਤ ਦਾ ਦਰਜਾ ਪ੍ਰਾਪਤ ਕਰਦਾ ਹੈ ਤੇ ਕੌਮੀ ਹੈਸੀਅਤ ਨਾਲ ਦੇਸ਼ ਪ੍ਰੇਮ ਦਾ। ਕਿੰਨੀਆਂ ਬੇਰਹਿਮੀਆਂ ਤੇ ਜ਼ੁਲਮ, ਕਿੰਨੇ ਦਗੇ, ਚਾਲਬਾਜ਼ੀਆਂ ਫਰਜ਼ਾਂ 'ਚ ਦਾਖਲ ਹੋ ਜਾਂਦੀਆਂ ਹਨ। ਹੁਣੇ ਜੇ ਯੂਰਪ ਦੀ ਵੱਡੀ ਲੜਾਈ 'ਚ ਇਸ ਦੀਆਂ ਕਿੰਨੀਆਂ ਹੀ ਮਿਸਾਲਾਂ ਮਿਲ ਸਕਦੀਆਂ ਹਨ। ਦੁਨੀਆ ਦਾ ਇਤਿਹਾਸ ਅਜਿਹੇ ਦਗਿਆਂ ਨਾਲ ਭਰਿਆ ਪਿਆ। ਇਸ ਨਵੇਂ ਦੌਰ 'ਚ ਭਲੇ ਤੇ ਬੁਰੇ ਦਾ ਜ਼ਾਤੀ ਅਹਿਸਾਸ ਕੌਮੀ ਮਸਲਿਆਂ ਵਾਂਗ ਕੋਈ ਹਕੀਕਤ ਨਹੀਂ ਰੱਖਦਾ। ਫਿਰ ਆਕਾਸ਼ 'ਚ ਰੌਲਾ ਮੱਚਿਆ, ਪਰ ਸ਼ਾਇਦ ਇਹ ਹਵਾਈ ਜਹਾਜ਼ ਹਨ। ਅੱਜ ਜੈਗੜ੍ਹ ਵਾਲੇ ਬੜੀ ਜਾਨ ਨਾਲ ਲੜ ਰਹੇ ਹਨ। ਇੱਧਰਲੇ ਦਬਦੇ ਨਜ਼ਰ ਆਉਂਦੇ ਹਨ। ਅੱਜ ਪੱਕਾ ਮੈਦਾਨ ਉਹਨਾਂ ਦੇ ਹੱਥ ਰਹੇਗਾ। ਜਾਨ ਤੇ ਖੇਡ ਰਹੇ ਹਨ। ਜੈਗੜ੍ਹੀ ਵੀਰਾਂ ਦਾ ਬਹਾਦਰੀ ਮਾਯੂਸੀ 'ਚ ਹੀ ਖੂਬ ਜ਼ੋਰ ਦਿਖਾਉਂਦੀ ਹੈ। ਉਹਨਾਂ ਦੀ ਹਾਰ ਜਿੱਤ ਨਾਲੋਂ ਜ਼ਿਆਦਾ ਖੂਬਸੂਰਤ ਹੁੰਦੀ ਹੈ। ਬੇਸ਼ੱਕ ਅਸਕਰੀ ਦਾ ਪੇਚ ਦਾ ਉਸਤਾਦ ਹੈ, ਕਿੰਨੀ ਖੂਬਸੂਰਤੀ ਨਾਲ ਆਪਣੀ ਫੌਜ ਦਾ ਮੁਹਾਣਾ ਕਿਲੇ ਦਾ ਦਰਵਾਜ਼ੇ ਵੱਲ ਫੇਰ ਦਿੱਤਾ ਹੈ, ਪਰ ਸਖਤ ਗਲਤੀ ਕਰ ਰਹੇ ਹਨ। ਆਪਣੇ ਹੱਥੀਂ ਆਪਣੀ ਕਬਰ ਪੁੱਟ ਰਹੇ ਹਨ। ਸਾਹਮਣਾ ਮੈਦਾਨ ਦੁਸ਼ਮਣ ਲਈ ਖਾਲੀ ਕਰ ਦਿੰਦੇ ਹਨ। ਉਹ ਚਾਹੇ ਤਾਂ ਬਿਨਾਂ ਰੋਕ ਟੋਕ ਅੱਗੇ ਵੱਧ ਸਕਦਾ ਹੈ ਤੇ ਸਵੇਰ ਤੱਕ ਜੈਗੜ੍ਹ ਦੀ ਸਰਜ਼ਮੀਨ 'ਚ ਦਾਖਲ ਹੋ ਸਕਦਾ ਹੈ। ਜੈਗੜ੍ਹੀਆਂ ਲਈ ਵਾਪਸੀ ਜਾਂ ਤਾਂ ਮੁਮਕਿਨ ਨਹੀਂ ਜਾਂ ਬਹੁਤ ਹੀ ਖਤਰਨਾਕ। ਕਿਲੇ ਦਾ ਦਰਵਾਜ਼ਾ ਬੜਾ ਮਜ਼ਬੂਤ ਹੈ। ਕੰਧ ਦੀਆਂ ਮੋਰੀਆਂ 'ਚ ਉਹਨਾਂ ਤੇ ਬੰਦੂਕਾਂ ਦੇ ਅਣਗਿਣਤ ਨਿਸ਼ਾਨੇ ਵੱਜਣਗੇ। ਉਹਨਾਂ ਦਾ ਇਸ ਅੱਗ 'ਚ ਇੱਕ ਵੀ ਘੰਟਾ ਠਹਿਰਨਾ ਸੰਭਵ ਨਹੀਂ।
ਕੀ ਇੰਨੇ ਦੇਸ਼ ਵਾਸੀਆਂ ਦੀਆਂ ਜਾਨਾਂ ਸਿਰਫ ਇੱਕ ਅਸੂਲ ਤੇ ਸਿਰਫ ਹਿਸਾਬ ਦੇ ਦਿਨ ਦੇ ਡਰ ਕਰਕੇ ਸਿਰਫ ਆਪਣੇ ਇਖਲਾਕੀ ਅਹਿਸਾਸ ਉੱਤੇ ਕੁਰਬਾਨ ਕਰਦੇ ਹਾਂ? ਤੇ ਸਿਰਫ ਜਾਨਾਂ ਹੀ ਕਿਉਂ? ਇਸ ਫੌਜ ਦੀ ਤਬਾਹੀ ਜੈਗੜ੍ਹ ਦੀ ਤਬਾਹੀ ਹੈ। ਕੱਲ ਜੈਗੜ੍ਹ ਦੀ ਪਵਿੱਤਰ ਸਰਜ਼ਮੀਨ ਦੁਸ਼ਮਣ ਦੀ ਜਿੱਤ ਦੇ ਨਗਾਰਿਆਂ ਨਾਲ ਗੂੰਜ ਉੱਠੇਗੀ। ਮੇਰੀਆਂ ਮਾਵਾਂ, ਭੈਣਾਂ ਤੇ ਬੇਟੀਆਂ ਸ਼ਰਮ ਹਿਆ ਨੂੰ ਸਾੜ ਕੇ ਸੁਆਹ ਕਰ ਦੇਣ ਵਾਲੀਆਂ ਹਰਕਤਾਂ ਦਾ ਸ਼ਿਕਾਰ ਹੋਣਗੀਆਂ। ਸਾਰੇ ਮੁਲਕ 'ਚ ਕਤਲ ਤੇ ਤਬਾਹੀ ਦੇ ਹੰਗਾਮੀ ਕਹਿਰ ਢਾਉਣਗੇ। ਪੁਰਾਣੀ ਦੁਸ਼ਮਣੀ ਤੇ ਝਗੜਿਆਂ ਦੇ ਸ਼ੋਲੇ ਭੜਕਣਗੇ। ਕਬਰਿਸਤਾਨ 'ਚ ਸੁੱਤੀਆਂ ਹੋਈਆਂ ਰੂਹਾਂ ਦੁਸ਼ਮਣ ਦੇ ਕਦਮਾਂ ਨਾਲ ਪਲੀਤ ਹੋਣਗੀਆਂ। ਉਹ ਇਮਾਰਤਾਂ ਜੋ ਸਾਡੇ ਪਿਛਲੇ ਵਡੱਪਣ ਦੀਆਂ ਜਿਉਂਦੀਆਂ ਨਿਸ਼ਾਨੀਆਂ ਸਨ, ਉਹ ਯਾਦਗਾਰਾਂ ਜੋ ਸਾਡੇ ਬਜ਼ੁਰਗਾਂ ਦੀ ਦੇਣ ਹਨ, ਜੋ ਉਹ ਯਾਦਗਾਰਾਂ ਦੇ ਇਤਿਹਾਸ, ਕਰਤਬਾਂ ਦਾ ਖਜ਼ਾਨਾ ਤੇ ਸਾਡੀਆਂ ਮਿਹਨਤਾਂ ਦੀਆਂ ਰੌਸ਼ਨ ਗਵਾਹੀਆਂ ਹਨ, ਜਿਨ੍ਹਾਂ ਦੀ ਸਜਾਵਟ ਤੇ ਖੂਬੀ ਨੂੰ ਦੁਨੀਆ ਦੀਆਂ ਕੌਮਾਂ ਮੁਕਾਬਲੇਬਾਜ਼ੀ ਦੀਆਂ ਨਜ਼ਰਾਂ ਨਾਲ ਵੇਖਦੀਆਂ ਹਨ, ਉਹ ਜ਼ਾਲਮ ਅਸੱਭਿਅਕ ਲਸ਼ਕਰੀਆਂ ਦਾ ਪੜਾਅ ਬਣਨਗੀਆਂ ਤੇ ਉਹਨਾਂ ਦੇ ਤਬਾਹੀ ਦੇ ਜੋਸ਼ ਦਾ ਸ਼ਿਕਾਰ ਕਿ ਆਪਣੀ ਕੌਮ ਨੂੰ ਇਹਨਾਂ ਤਬਾਹੀਆਂ ਦਾ ਨਿਸ਼ਾਨਾ ਬਣਨ ਦਿਆਂ, ਸਿਰਫ ਇਸ ਲਈ ਕਿ ਵਫਾ ਦਾ ਮੇਰਾ ਅਸੂਲ ਨਾ ਟੁੱਟੇ। ਹਾਏ, ਇਹ ਕਿਲੇ 'ਚ ਜ਼ਹਿਰੀਲੀ ਗੈਸ ਕਿੱਥੋਂ ਆ ਗਈ? ਕਿਸੇ ਜੈਗੜੀ ਜਹਾਜ਼ ਦੀ ਹਰਕਤ ਹੋਏਗੀ। ਸਿਰ ਨੂੰ ਚੱਕਰ ਆ ਰਿਹਾ, ਇੱਥੋਂ ਟੁਕੜੀ ਭੇਜੀ ਜਾ ਰਹੀ ਹੈ। ਕਿਲੇ ਦੀ ਕੰਧ ਤੇ ਸੁਰਾਖਾਂ 'ਚ ਵੀ ਤੋਪਾਂ ਚੜਾਈਆਂ ਜਾ ਰਹੀਆਂ ਹਨ। ਜੈਗੜ੍ਹ ਵਾਲੇ ਕਿਲੇ ਦੇ ਸਾਹਮਣੇ ਆ ਗਏ। ਇੱਕ ਹਮਲੇ 'ਚ ਉਹ ਹਮਾਯੂ ਦਰਵਾਜ਼ੇ ਤੱਕ ਆ ਪਹੁੰਚੇ। ਵਿਜੇਗੜ੍ਹ ਵਾਲੇ ਇਸ ਹੜ੍ਹ ਨੂੰ ਹੁਣ ਨਹੀਂ ਰੋਕ ਸਕਦੇ। ਜੈਗੜ੍ਹ ਵਾਲਿਆਂ ਦੇ ਅੱਗੇ ਕੌਣ ਠਹਿਰ ਸਕਦਾ? ਹੇ ਅੱਲਾ, ਕਿਸੇ ਤਰ੍ਹਾਂ ਦਰਵਾਜ਼ਾ ਆਪਣੇ ਆਪ ਖੁੱਲ੍ਹ ਜਾਂਦਾ। ਕੋਈ ਜੈਗੜੀ ਹਵਾਬਾਜ਼ ਮੇਰੇ ਕੋਲੋਂ ਜ਼ਬਰਦਸਤੀ ਚਾਬੀ ਖੋਹ ਲੈਂਦਾ, ਮੈਨੂੰ ਮਾਰ ਦਿੰਦਾ। ਆ ਮਰੇ ਇੰਨੇ ਮੇਰੇ ਪਿਆਰੇ ਹਮਵਤਨ, ਪਿਆਰੇ ਭਰਾ, ਸਾਰੀ ਇੱਜ਼ਤ ਮਿੱਟੀ 'ਚ ਮਿਲ ਜਾਏਗੀ ਤੇ ਮੈਂ ਮਜਬੂਰ ਹਾਂ। ਹੱਥਾਂ 'ਚ ਜੰਜੀਰ ਹੈ, ਪੈਰਾਂ 'ਚ ਬੇੜੀਆਂ, ਲੂੰ ਰੱਸੀਆਂ 'ਚ ਜਕੜਿਆ ਹੋਇਆ। ਕਿਉਂ ਨਾ ਇਸ ਜੰਜੀਰ ਨੂੰ ਤੋੜਦੇ ਹਾਂ, ਇਹਨਾਂ ਬੇੜੀਆਂ ਦੇ ਟੋਟੇ ਟੋਟੇ ਕਰਦੇ ਹਾਂ ਤੇ ਦਰਵਾਜ਼ੇ ਦੇ ਦੋਵੇਂ ਪੱਲੇ ਆਪਣੇ ਅਜੀਜ਼ ਹਮਵਤਨ ਫਤਿਹ ਕਰਨ ਵਾਲਿਆਂ ਦੇ ਸਵਾਗਤ ਲਈ ਖੋਲ੍ਹਦੇ ਹਾਂ। ਮੰਨਿਆ ਕਿ ਗੁਨਾਹ ਹੈ, ਪਰ ਮੌਕਾ ਗੁਨਾਹ ਤੋਂ ਡਰਨ ਦਾ ਨਹੀਂ ਹੈ। ਨਰਕ ਦੀ ਅੱਗ ਉਗਲਣ ਵਾਲੇ ਸੱਪ ਤੇ ਲਹੂ ਪੀਣ ਵਾਲੇ ਜਾਨਵਰ ਤੇ ਲਪਕਦੇ ਹੋਏ ਸ਼ੋਲੇ ਮੇਰੀ ਰੂਹ ਨੂੰ ਸਾੜਨ ਤੜਫਾਉਣ ਵਾਲੀ ਕੋਈ ਗੱਲ ਨਹੀਂ। ਜੇ ਸਿਰਫ ਮੇਰੀ ਰੂਹ ਦੀ ਤਬਾਹੀ ਮੇਰੀ ਕੌਮ ਤੇ ਵਤਨ ਨੂੰ ਮੌਤ ਦੀ ਖੱਡ ਤੋਂ ਬਚਾ ਸਕੇ ਤਾਂ ਉਹ ਮੁਬਾਰਕ ਹੈ। ਵਿਜੇਗੜ੍ਹ ਨੇ ਵਾਅਦਾ ਕੀਤਾ ਹੈ, ਉਹਨੇ ਸਿਰਫ ਜੈਗੜ੍ਹ ਨੂੰ ਜ਼ਲੀਲ ਕਰਨ ਲਈ, ਸਿਰਫ ਭੜਕਾਉਣ ਲਈ ਸ਼ੀਰੀ ਬਾਈ ਨੂੰ ਸ਼ਹਿਰ ਨਿਕਾਲੇ ਦਾ ਹੁਕਮ ਜਾਰੀ ਕੀਤਾ, ਜੋ ਸਰਾਸਰ ਠੀਕ ਸੀ। ਅਫਸੋਸ, ਮੈਂ ਉਸ ਵੇਲੇ ਅਸਤੀਫਾ ਕਿਉਂ ਨਾ ਦੇ ਦਿੱਤਾ ਤੇ ਉਦਾਸੀ ਦੀ ਇਸ ਕੈਦ ਚੋਂ ਕਿਉਂ ਨਾ ਨਿਕਲ ਗਿਆ। ਹਾਏ ਗਜ਼ਬ, ਜੈਗੜੀ ਫੌਜ ਮੋਰਚਿਆਂ ਤੱਕ ਪਹੁੰਚ ਗਈ। ਹੇ ਖੁਦਾ, ਇਹਨਾਂ ਜਾਂਬਾਜ਼ਾਂ ਤੇ ਰਹਿਮ ਕਰ, ਇਹਨਾਂ ਦੀ ਮਦਦ ਕਰ। ਤੋਪਾਂ ਚੋਂ ਕਿਵੇਂ ਗੋਲੇ ਵਰ ਰਹੇ ਹਨ, ਜਿਵੇਂ ਆਕਾਸ਼ ਤੇ ਅਣਗਿਣਤ ਤਾਰੇ ਟੁੱਟ ਰਹੇ ਹੋਣ। ਅੱਲਾ ਦੀ ਪਨਾਹ, ਹਮਾਯੂ ਦਰਵਾਜ਼ੇ ਤੇ ਗੋਲੀਆਂ ਕਿਵੇਂ ਵੱਜ ਰਹੀਆਂ ਹਨ, ਕੰਨ ਦੇ ਪਰਦੇ ਪਾੜਦੇ ਜਾਂਦੇ ਹਨ। ਕਾਸ਼ ਦਰਵਾਜ਼ਾ ਟੁੱਟ ਜਾਂਦਾ। ਹਾਏ ਮੇਰਾ ਅਸਕਰੀ, ਮੇਰਾ ਜਿਗਰ ਦਾ ਟੋਟਾ, ਉਹ ਘੋੜੇ ਤੇ ਸਵਾਰ ਹੋ ਕੇ ਆ ਰਿਹਾ। ਕਿੰਨਾ ਬਹਾਦਰ, ਕਿੰਨਾ ਵੱਡਾ ਜਾਂਬਾਜ਼, ਕਿੰਨੀ ਵੱਡੀ ਹਿੰਮਤ ਵਾਲਾ। ਮੇਰੇ ਵਰਗੇ ਬਦਕਿਸਮਤ ਕਾਲੇ ਮੂੰਹ ਵਾਲੇ ਨੂੰ ਮੌਤ ਕਿਉਂ ਨਹੀਂ ਆ ਜਾਂਦੀ? ਮੇਰੇ ਸਿਰ ਤੇ ਕੋਈ ਗੋਲਾ ਕਿਉਂ ਨਹੀਂ ਆ ਡਿੱਗਦਾ? ਜਿਸ ਬੂਟੇ ਨੂੰ ਆਪਣੇ ਜਿਗਰ ਦੇ ਖੂਨ ਨਾਲ ਸਿੰਜਿਆ, ਜੋ ਮੇਰੀ ਪਤਝੜ ਵਰਗੀ ਜ਼ਿੰਦਗੀ ਦਾ ਸਦਾ ਬਹਾਰ ਫੁੱਲ ਸੀ, ਜੋ ਮੇਰੀ ਹਨੇਰੀ ਰਾਤ ਦਾ ਚਿਰਾਗ, ਮੇਰੀ ਜ਼ਿੰਦਗੀ ਦੀ ਉਮੀਦ, ਮੇਰੀ ਹਸਤੀ ਦਾ ਦਾਰੋਮਦਾਰ, ਮੇਰੀ ਆਰਜ਼ੂ ਦੀ ਇੰਤਹਾ ਸੀ, ਉਹ ਮੇਰੀਆਂ ਅੱਖਾਂ ਦੇ ਸਾਹਮਣੇ ਅੱਗ ਦੀਆਂ ਲਪਟਾਂ 'ਚ ਪਿਆ ਹੈ ਤੇ ਮੈਂ ਹਿੱਲ ਨਹੀਂ ਸਕਦਾ। ਇਸ ਕਾਤਲ ਜੰਜੀਰ ਨੂੰ ਕਿਵੇਂ ਤੋੜਾਂ? ਇਸ ਬਾਗੀ ਦਿਲ ਨੂੰ ਕਿਵੇਂ ਸਮਝਾਵਾਂ? ਮੈਨੂੰ ਮੂੰਹ ਤੇ ਕਾਲਖ ਮਲਣਾ ਮਨਜ਼ੂਰ ਹੈ, ਮੈਨੂੰ ਨਰਕ ਦੀਆਂ ਮੁਸੀਬਤਾਂ ਸਹਿਣਾ ਮਨਜ਼ੂਰ ਹੈ। ਮੈਂ ਸਾਰੀ ਦੁਨੀਆ ਦੇ ਗੁਨਾਹਾਂ ਦਾ ਬੋਝ ਆਪਣੇ ਸਿਰ ਤੇ ਲੈਣ ਲਈ ਤਿਆਰ ਹਾਂ। ਸਿਰਫ ਇਸ ਵੇਲੇ ਮੈਨੂੰ ਗੁਨਾਹ ਕਰਨ ਦੀ, ਵਫਾ ਦੇ ਪੈਮਾਨੇ ਨੂੰ ਤੋੜਨ ਦੀ, ਨਮਕ ਹਰਾਮ ਬਣਨ ਦੀ ਹਿੰਮਤ ਦੇ। ਇੱਕ ਪਲ ਵਾਸਤੇ ਮੈਨੂੰ ਸ਼ੈਤਾਨ ਦੇ ਹਵਾਲੇ ਕਰ ਦੇ। ਮੈਂ ਨਮਕ ਹਰਾਮ ਬਣਾਂਗਾ, ਦਗਾਬਾਜ਼ ਬਣਾਂਗਾ, ਪਰ ਕੌਮ ਫਰੋਸ਼ ਨਹੀਂ ਬਣ ਸਕਦਾ। ਜ਼ਾਲਮ ਸੁਰੰਗਾਂ ਉਡਾਉਣ ਦੀ ਤਿਆਰੀ ਕਰ ਰਹੇ ਹਨ। ਸਿਪਾਹ ਸਲਾਰ ਨੇ ਹੁਕਮ ਦੇ ਦਿੱਤਾ। ਉਹ 3 ਆਦਮੀ ਤਹਿਖਾਨੇ ਵੱਲ ਤੁਰ ਪਏ। ਜਿਗਰ ਕੰਬ ਰਿਹਾ, ਜਿਸਮ ਕੰਬ ਰਿਹਾ। ਇਹ ਆਖਰੀ ਮੌਕਾ ਹੈ। ਇੱਕ ਪਲ ਤੇ ਬਸ ਫਿਰ ਹਨੇਰਾ ਤੇ ਤਬਾਹੀ। ਹਾਏ ਮੇਰੇ ਬੇਵਫਾ ਹੱਥ ਪੈਰ ਅਜੇ ਵੀ ਨਹੀਂ ਹਿਲਦੇ, ਜਿਵੇਂ ਇਹਨਾਂ ਨੇ ਮੇਰੇ ਵੱਲੋਂ ਮੂੰਹ ਮੋੜ ਲਿਆ ਹੋਵੇ। ਇਹ ਖੂਨ ਅਜੇ ਵੀ ਗਰਮ ਨਹੀਂ ਹੁੰਦਾ। ਉਹ ਧਮਾਕੇ ਦੀ ਆਵਾਜ਼ ਹੋਈ। ਖੁਦਾ ਦੀ ਰਹਿਮਤ, ਜ਼ਮੀਨ ਕੰਬ ਉੱਠੀ। ਹਾਏ ਅਸਕਰੀ, ਅਸਕਰੀ,
रुखसत मेरे प्यारे बेटे, रुखसत इस जालम बेरहम बाप ने तेनू अपनी वफा ते कुर्बान कर दिता। मैं तेरा बाप नहीं सी, तेरा दुश्मन सी। मैं तेरे गले ते छुरी चलाई, हुण धुआं साफ हो गया। ਉਹ ਫੌਜ ਕਿੱਥੇ ਹੈ ਜੋ ਹੜ ਵਾਂਗ ਵੱਧਦੀ ਆਉਂਦੀ ਸੀ ਤੇ ਇਹਨਾਂ ਕੰਧਾਂ ਨਾਲ ਟਕਰਾ ਰਹੀ ਸੀ। ਮੋਰਚੇ ਲਾਸ਼ਾਂ ਨਾਲ ਭਰੇ ਹੋਏ ਹਨ ਤੇ ਉਹ ਜਿਨ੍ਹਾਂ ਦਾ ਮੈਂ ਦੁਸ਼ਮਣ ਸੀ, ਜਿਹਦਾ ਕਾਤਲ ਉਹ ਬੇਟਾ, ਉਹ ਮੇਰਾ ਦੁਲਾਰਾ ਅਸਕਰੀ ਕਿੱਥੇ ਹੈ? ਕਿਤੇ ਨਜ਼ਰ ਨਹੀਂ ਆਉਂਦਾ। ਧੰਨਵਾਦ। ਇਹ ਕਹਾਣੀ 1918 ਵਿੱਚ ਲਿਖੀ ਗਈ ਸੀ।